ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੁੜ ਚੁੱਕੇ ਹੋ ਇਸ ਆਨਲਾਈਨ ਗੁਰਮਤਿ ਕਲਾਸ ਵਿੱਚ, ਜਿਸ ਵਿੱਚ ਆਪਾਂ ਸਤਿਗੁਰਾਂ ਦੀ ਦਇਆ ਸਦਕਾ ਸਤਿਗੁਰਾਂ ਦੀ ਦਇਆ ਸਦਕਾ ਆਪਾਂ ਇਸ ਕਲਾਸ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜੋ ਆਪਾਂ ਸਾਧ ਸੰਗਤ ਵਿਚਾਰ ਕਰ ਰਹੇ ਹਾਂ। ਸੁਖਮਨੀ ਸਾਹਿਬ ਦੀ ਬਾਣੀ ਦੀ ਸਤਿਗੁਰਾਂ ਦੀ ਦਇਆ ਸਦਕਾ ਆਪ ਸਭ ਜੁੜ ਚੁੱਕੇ ਹੋ। ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਆਪਾਂ ਸਤਿਗੁਰਾਂ ਦੀ ਦਇਆ ਸਦਕਾ ਇਸ ਪਾਵਨ ਬਾਣੀ ਦੀ ਸੰਥਿਆ ਆਰੰਭ ਕਰੀਏ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਧਿਆਨ ਕਰੀਏ ਤੇ ਆਪਾਂ ਸਾਧ ਸੰਗਤ ਦੇ 14 ਅਸ਼ਟਪਦੀਆਂ ਜਿਹੜੀਆਂ ਇਸ ਬਾਣੀ ਦੀਆਂ ਸੰਪੂਰਨ ਕਰ ਚੁੱਕੇ ਹਾਂ ਤੇ 15ਵੀਂ ਅਸ਼ਟਪਦੀ ਜਿਹੜੀ ਹੈ ਇਸ ਬਾਣੀ ਦੀ ਉਹ ਆਪਾਂ ਅੱਜ ਸ਼ੁਰੂ ਕਰਨੀ ਹੈ। 15ਵੀਂ ਅਸ਼ਟਪਦੀ ਦਾ ਜੋ ਸ਼ਲੋਕ ਹੈ ਉਹ ਆਪ ਜੀ ਦੀ ਸਕਰੀਨ ਦੇ ਉੱਪਰ ਹੈ। ਸੋ ਸਾਧ ਸੰਗਤ ਆਓ ਆਪਾਂ ਇਸ ਪਾਵਨ ਬਾਣੀ ਦੀ ਜੋ ਸੰਥਿਆ ਹੈ ਉਹ ਆਰੰਭ ਕਰੀਏ। ਸੋ ਸਤਿਗੁਰਾਂ ਨੇ ਅਪਾਰ ਦਇਆ ਦ੍ਰਿਸ਼ਟੀ ਕੀਤੀ ਹੈ। ਸਾਧ ਸੰਗਤ, ਇਸ ਪਾਵਨ ਸ਼ਲੋਕ ਦੇ ਅੰਦਰ ਸਤਿਗੁਰਾਂ ਨੇ ਉਸ ਪਰਮੇਸ਼ਰ ਦੀ ਸਮਰੱਥਾ, ਉਸ ਪਰਮੇਸ਼ਰ ਦੀ ਜੋ ਅਕਾਲ ਪੁਰਖ ਦੀ ਅੰਤਰਜਾਮਤਾ ਹੈ ਉਹਦੇ ਬਾਰੇ ਸਤਿਗੁਰਾਂ ਨੇ ਕਿਹਾ ਹੈ ਕਿ ਭਾਈ ਉਹਨੂੰ ਸਿਮਰੋ, ਉਸ ਅਕਾਲ ਪੁਰਖ ਨੂੰ ਜਿਹੜਾ ਸਭ ਦੀ ਬਿਰਥਾਂ ਨੂੰ ਜਾਣਨਹਾਰ ਹੈ ਵਾਹਿਗੁਰੂ, ਤੇ ਉਹ ਸਾਰਿਆਂ ਦੇ ਅੰਦਰ ਭਰੀਪੂਰਨ ਹੈ ਤੇ ਸਾਰਿਆਂ ਕਲਾ ਨੂੰ, ਭਾਵ ਸੰਸਾਰ ਤੇ ਜੋ ਵੀ ਚੱਲ ਰਿਹਾ ਹੈ ਉਹ ਸਾਰੀਆਂ ਕਲਾ ਦਾ ਜਾਣੂ ਹੈ ਪਰਮੇਸ਼ਰ ਵਾਹਿਗੁਰੂ। ਉਹਦੇ ਬਾਰੇ ਸਤਿਗੁਰਾਂ ਨੇ ਗੱਲ ਕੀਤੀ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ। ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ। ਮਾਰੇ ਕਹਿੰਦੇ ਆ ਉਹ ਜਿਹੜਾ ਪ੍ਰਭੂ ਹੈ, ਪਰਮੇਸ਼ਰ ਹੈ, ਵਾਹਿਗੁਰੂ ਹੈ, ਸਾਰੀਆਂ ਕਲਾ ਦਾ ਭਰਪੂਰਨ ਹੈ, ਭਾਵ ਸਾਰੀਆਂ ਕਲਾ, ਸਾਰੀਆਂ ਸ਼ਕਤੀਆਂ ਦੇ ਨਾਲ ਪਰਿਪੂਰਨ ਹੈ ਪਰਮੇਸ਼ਰ, ਤੇ ਸਾਰਿਆਂ ਦੀ ਬਿਰਥਾ ਜਿਹੜੀ ਹੈ, ਪੀੜ ਜਿਹੜੀ ਹੈ, ਜਾਣਨਹਾਰ ਹੈ। ਉਹ ਜਾਣਦਾ ਹੈ ਕਿ ਸਿੱਖ ਨੂੰ ਕਿਸ ਤਰ੍ਹਾਂ ਦੀ ਪੀੜ ਹੈ, ਕੀ ਸਿੱਖ ਨੂੰ ਜ਼ਰੂਰਤ ਹੈ। ਉਹ ਸਾਰੇ ਤਰ੍ਹਾਂ ਦੀ ਪੀੜ ਨੂੰ ਜਾਣਨਹਾਰ ਹੈ ਪ੍ਰਭੂ ਪਰਮੇਸ਼ਰ ਵਾਹਿਗੁਰੂ। ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ। ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦੇ ਸਿਮਰਨ ਦੇ ਨਾਲ ਜੀਵ ਦਾ ਜਿਹੜਾ ਉਧਾਰ ਹੁੰਦਾ ਹੈ, ਉਦਰੀਐ ਭਾਵ ਧਰਦਾ ਹੈ ਮਨੁੱਖ ਇਸ ਸੰਸਾਰ ਰੂਪੀ ਭਾਵ ਸਾਗਰ ਤੋਂ। ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਿਹਾਰ। ਮਹਾਰਾਜ ਕਹਿੰਦੇ ਉਸ ਪਰਮੇਸ਼ਰ ਤੋਂ, ਵਾਹਿਗੁਰੂ ਤੋਂ ਬਲਿਹਾਰ ਨਹੀਂ ਜਾਣਾ ਚਾਹੀਦਾ, ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ, ਜਿਹਦੇ ਸਿਮਰਨ ਕਰਨ ਦੇ ਨਾਲ ਉਧਾਰ ਹੁੰਦਾ ਹੈ, ਜਿਹਦੇ ਸਿਮਰਨ ਕਰਨ ਦੇ ਨਾਲ ਸੰਸਾਰ ਵੱਲੋਂ ਬੰਦ ਖਲਾਸੀ ਹੁੰਦੀ ਹੈ। ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ। ਟੂਟੀ ਗਾਂਢਣ ਹਾਰ ਗੋਪਾਲ, ਗੱਗੇ ਨੂੰ ਔਂਕੜ ਵੀ ਲੱਗਾ ਤੇ ਹੋੜਾ ਵੀ ਲੱਗਾ ਹੈ। ਹੋੜਾ ਬੋਲਿਆ ਜਾਏਗਾ, ਔਂਕੜ ਨਹੀਂ ਬੋਲਿਆ ਜਾਏਗਾ, ਗੋਪਾਲ ਪੜ੍ਹਿਆ ਜਾਏਗਾ। ਟੂਟੀ ਗਾਂਢਣ ਹਾਰ, ਇੱਥੇ ਤੁਸੀਂ ਟਿੱਪੀ ਲਾ ਸਕਦੇ ਹੋ, ਗਾਂਢਣ ਹਾਰ ਨਹੀਂ ਤੇ ਜੇ ਆਪਾਂ ਗਾਢਣ ਹਾਰ ਪੜਾਂਗੇ ਤੇ ਅਰਥ ਸਪਸ਼ਟ ਨਹੀਂ ਹੋਣਗੇ, ਇਸ ਕਰਕੇ ਟੂਟੀ ਗਾਂਢਣ ਹਾਰ ਆਪਾਂ ਪੜਾਂਗੇ। ਪਰਮੇਸ਼ਰ ਵਾਹਿਗੁਰੂ ਜੋ ਹੈ ਉਹ ਟੁੱਟੀਆਂ ਗੰਢਣ ਵਾਲਾ ਹੈ। ਟੂਟੀ ਗਾਂਢਣ ਹਾਰ ਗੋਪਾਲ, ਗੋਪਾਲ ਦਾ ਅਰਥ ਧਰਤੀ ਦਾ ਪਾਲਣ ਵਾਲਾ। ਪਰਮੇਸ਼ਰ ਵਾਹਿਗੁਰੂ ਜੋ ਹੈ ਉਹ ਟੁੱਟੀਆਂ ਗੰਢਦਾ ਹੈ, ਭਾਵ ਜੇ ਕਿਸੇ ਦੀ ਪ੍ਰੀਤ ਪਰਮੇਸ਼ਰ ਦੇ ਨਾਲ ਟੁੱਟ ਜਾਵੇ ਤੇ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਉਹਦੇ ਨਾਲ ਗੰਢ ਪਾ ਲੈਂਦਾ। ਸਰਬ ਜੀਆਂ ਆਪੇ ਪ੍ਰਤਪਾਲ, ਕਿਉਂਕਿ ਉਹ ਸਾਰਿਆਂ ਦੀ ਪ੍ਰਤਪਾਲਨਾ ਕਰਨ ਵਾਲਾ ਹੈ ਵਾਹਿਗੁਰੂ, ਇਸ ਕਰਕੇ ਉਹ ਟੁੱਟੀਆਂ ਨੂੰ ਗੰਢਣ ਵਾਲਾ ਹੈ। ਪ੍ਰੀਤ ਜੇ ਕਿਸੇ ਦੀ ਟੁੱਟ ਜਾਵੇ ਤੇ ਉਹਦੀ ਪ੍ਰੀਤ ਜਿਹੜੀ ਆ ਉਹ ਆਪਣੇ ਨਾਲ ਦੁਬਾਰਾ ਆਪ ਹੀ ਗੰਢ ਲੈਂਦਾ ਹੈ। ਕਿਉਂਕਿ ਉਹ ਸਾਰਿਆਂ ਨੂੰ ਪਾਲਣਹਾਰ ਹੈ। ਸਰਬ ਜੀਆਂ ਆਪੇ ਪ੍ਰਤਪਾਲ, ਕਿਉਂਕਿ ਉਹ ਸਾਰਿਆਂ ਨੂੰ ਪਾਲਣਹਾਰ ਹੈ। ਆਏ ਸੀ ਨਾ ਸਿੰਘ ਛੱਡ ਕੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਨੰਦਪੁਰ ਸਾਹਿਬ ਦੇ ਕਿਲ੍ਹੇ 'ਚ। ਮਾਝੇ ਦੇ ਸਿੰਘ ਜਿਹੜੇ ਕਹਿੰਦੇ ਸੀ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ, ਪਰ ਸਤਿਗੁਰਾਂ ਦੀ ਕਿੰਨੀ ਰਹਿਮਤ ਹੋਈ। ਸਤਿਗੁਰਾਂ ਨੇ ਉਹ ਬਦਾਵਾ ਜਿਹੜਾ ਲਿਖ ਕੇ ਦੇ ਕੇ ਆਏ ਸੀ
ਉਹ ਬਦਾਵਾ ਨਹੀਂ ਮਹਾਰਾਜ ਨੇ ਪਾੜ ਕੇ ਸੁੱਟਿਆ, ਆਪਣੇ ਕੋਲ ਹੀ ਰੱਖਿਆ। ਤੇ ਜਦੋਂ ਜੰਗ ਖਤਮ ਹੋਈ ਤੇ ਉਸ ਸਮੇਂ ਫਿਰ ਪੁੱਛਿਆ ਮਾਂ ਸਿੰਘ ਨੂੰ ਮਹਾਰਾਜ ਨੇ, ਮਹਾਰਾਜ ਕਹਿੰਦੇ 10 ਦਿਨ ਧਰਤੀ ਦਾ ਰਾਜਾ ਬਣਾ ਦਈਏ। ਕਹਿੰਦਾ ਨਹੀਂ ਮਹਾਰਾਜ ਮੈਨੂੰ ਕੁਛ ਨਹੀਂ ਚਾਹੀਦਾ। ਮਹਾਰਾਜ ਕਹਿੰਦੇ 10 ਫਿਰ ਤੈਨੂੰ ਕੀ ਚਾਹੀਦਾ ਮਾਂ ਸਿਆ, ਜੋ ਮੰਗੇ ਉਹ ਤੈਨੂੰ ਅੱਜ ਦੇ ਦਿਆਂਗਾ, ਮੈਂ ਇੰਨਾ ਖੁਸ਼ ਹਾਂ ਤੁਹਾਡੇ ਤੋਂ। ਤੇ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਤੁਹਾਡੀ ਜੇਬ ਦੇ ਵਿੱਚ ਬਦਾਵਾ ਪਿਆ ਜਿਹੜਾ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਆਏ ਸੀ, ਕਿਰਪਾ ਕਰੋ ਮਹਾਰਾਜ ਉਹ ਬਦਾਵਾ ਪਾੜ ਦਿਓ, ਸਾਡੀ ਆਪ ਜੀ ਨਾਲ ਬਾਣਾ ਹੋਵੇ, ਸਾਡੀ ਟੁੱਟੀ ਗੰਢ ਲਓ ਮਹਾਰਾਜ। ਤੇ ਸਤਿਗੁਰੂ ਕਹਿੰਦੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਭਾਈ ਮਾਂ ਸਿਆ ਤੁਹਾਡੀ ਟੁੱਟੀ ਗੁਰੂ ਦੇ ਨਾਲ ਗੰਢੀ ਗਈ ਹੈ, ਤੁਸੀਂ ਇਹ ਬਦਾਵਾ ਜ਼ਰੂਰ ਲੈ ਕੇ ਆਏ ਸੀਗੇ, ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ, ਪਰ ਮੈਂ ਤੇ ਤੁਹਾਨੂੰ ਨਹੀਂ ਸੀ ਨਾ ਲੈ ਕੇ ਦਿੱਤਾ ਕਿ ਤੁਸੀਂ ਮੇਰੇ ਸਿੱਖ ਨਹੀਂ ਤੇ ਮੈਂ ਤੁਹਾਡਾ ਗੁਰੂ ਨਹੀਂ, ਮੈਂ ਨਹੀਂ ਲੈ ਕੇ ਦਿੱਤਾ ਸੀ, ਤੁਸੀਂ ਲੈ ਕੇ ਆਏ ਸੀ, ਮੈਂ ਤੇ ਸਦਾ ਹੀ ਤੁਹਾਨੂੰ ਆਪਣੇ ਸਿੱਖ ਜਾਣਦਾ, ਜੇ ਤੁਸੀਂ ਲੈ ਕੇ ਆਏ ਫੇਰ ਕਿਹੜੀ ਗੱਲ ਆ, ਲੈ ਭਾਈ ਮਾਂ ਸਿਆ ਤੇਰਾ ਬਦਾਵਾ ਹੁਣੇ ਪਾੜ ਦਿੰਦੇ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੇ ਭਾਈ ਮਾਂ ਸਿੰਘ ਦੇ ਸਾਹਮਣੇ ਉਹ ਬਦਾਵਾ ਪਾੜਿਆ, ਤੇ ਭਾਈ ਮਾਂ ਸਿੰਘ ਦੇ ਨਾਲ ਜਿੰਨੇ 40 ਦੇ 40 ਸਿੱਖ ਸੀ, ਉਹ ਆਪਾਂ ਮੁਕਤਿਆਂ ਦੀ ਯਾਦ ਉੱਥੇ ਮਨਾਉਂਦੇ। ਕਿੰਨੇ ਸਤਿਗੁਰੂ ਮਿਹਰਬਾਨ ਹਨ। ਤੇ ਉਸ ਸਮੇਂ ਫਿਰ ਉਸ ਜਗ੍ਹਾ ਦਾ ਨਾਮ, ਜਿਸ ਜਗ੍ਹਾ ਦੇ ਉੱਤੇ ਭਾਈ ਮਾਂ ਸਿੰਘ ਦੀ ਸ਼ਹਾਦਤ ਹੋਈ ਹੈ, ਜਿਸ ਜਗ੍ਹਾ ਤੇ ਇਹਨਾਂ 40 ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ, ਉਸ ਜਗ੍ਹਾ ਨੂੰ ਅੱਜ ਟੁੱਟੀ ਗੰਢੀ ਸਾਹਿਬ ਕਹਿੰਦੇ ਆ, ਗੁਰਦੁਆਰਾ ਟੁੱਟੀ ਗੰਢੀ। ਸੋ ਇਸ ਕਰਕੇ ਜਿਹੜਾ ਗੁਰੂ ਹੁੰਦਾ ਹੈ, ਜਿਹੜਾ ਪਰਮੇਸ਼ਰ ਹੁੰਦਾ ਹੈ, ਉਹ ਸਾਰਿਆਂ ਦਾ ਪ੍ਰਤਿਪਾਲਣਾ ਕਰਦਾ ਹੈ। ਅਸੀਂ ਜ਼ਰੂਰ ਕਹਿ ਦਿੰਦੇ ਹਾਂ ਕਿ ਅਸੀਂ ਰੱਬ ਨੂੰ ਨਹੀਂ ਮੰਨਦੇ, ਪਰ ਰੱਬ ਨੇ ਤੇ ਨਹੀਂ, ਪਰਮੇਸ਼ਰ ਨੇ ਤੇ ਨਹੀਂ ਨਾ ਕਦੀ ਸਾਨੂੰ ਕੁਝ ਦੇਣੋਂ ਮਨਾ ਕੀਤਾ, ਉਹ ਤੇ ਹਰ ਚੀਜ਼ ਸਾਨੂੰ ਦਿੰਦਾ। ਜਿਹੜੀ ਸਵਾਸ ਦੇ ਰਿਹਾ, ਦੇਖੋ ਜੇ ਆਪਾਂ ਕਹੀਏ ਸਾਨੂੰ ਕੁਝ ਨਹੀਂ ਦਿੱਤਾ, ਤੇ ਉਹ ਤੇ ਨਾਸਤਕ ਨੂੰ ਵੀ ਸਵਾਸ ਦੇ ਰਿਹਾ ਹੈ, ਤੇ ਉਹਦੇ ਆਸਤਕ ਨੂੰ ਵੀ ਸਵਾਸ ਦੇ ਰਿਹਾ, ਸਾਰੇ ਸਾਹ ਲੈ ਰਹੇ ਆ। ਜੇ ਉਹ ਚਾਹਵੇ ਤੇ ਉਹਦੇ ਨਾਸਤਕ ਨੂੰ ਸਾਹ ਹੀ ਨਾ ਦੇਵੇ, ਆਖੇ ਕਿ ਤੂੰ ਮੈਨੂੰ ਯਾਦ ਨਹੀਂ ਕਰਦਾ, ਮੈਂ ਤੈਨੂੰ ਸਾਹ ਹੀ ਨਹੀਂ ਦੇਣੇ। ਸਾਰਿਆਂ ਨੂੰ ਜਲ ਬਰਾਬਰ ਦਾ ਦੇ ਰਿਹਾ, ਸਾਰੇ ਪਾਣੀ ਪੀ ਰਹੇ ਆ, ਸਾਰੇ ਪ੍ਰਸ਼ਾਦਾ ਪਾਣੀ ਛਕਦੇ ਆ, ਤੇ ਉਹ ਤੇ ਨਹੀਂ ਨਾ ਕਿਸੇ ਦੇ ਨਾਲ ਉਹ ਤੋੜਦਾ, ਪਰ ਅਸੀਂ ਤੋੜ ਲੈਂਦੇ। ਅਸੀਂ ਜੀਵ ਉਸ ਪਰਮੇਸ਼ਰ ਦੇ ਨਾਲ, ਵਾਹਿਗੁਰੂ ਦੇ ਨਾਲ ਤੋੜ ਲੈਂਦੇ ਆ, ਪਰ ਉਹ ਪਰਮੇਸ਼ਰ ਵਾਹਿਗੁਰੂ ਨਹੀਂ ਤੋੜਦਾ ਸਾਡੇ ਨਾਲ, ਉਹ ਸਦਾ ਹੀ ਸਾਡੇ ਨਾਲ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਝੇ ਦੇ 40 ਸਿੰਘਾਂ ਦੇ ਨਾਲ ਸੀ, ਮਹਾਰਾਜ ਨੇ ਕਿਹਾ ਤੁਸੀਂ ਬਦਾਵਾ ਲੈ ਕੇ ਦੇ ਆਏ, ਪਰ ਸਿੱਖੋ ਕਦੀ ਮੈਂ ਬਦਾਵਾ ਲਿਖਿਆ ਹੋਵੇ ਤਾਂ ਦੱਸੋ। ਮੈਂ ਤੇ ਨਹੀਂ ਨਾ ਕਿਹਾ ਕਿ ਤੁਸੀਂ ਮੇਰੇ ਸਿੱਖ ਨਹੀਂ, ਇਹ ਤੇ ਤੁਸੀਂ ਕਹਿ ਕੇ ਆਏ ਸੀ, ਪਰ ਤੁਸੀਂ ਅੱਜ ਵੀ ਮੇਰੇ ਦਿਲ 'ਚ ਵਸਦੇ ਹੋ। ਲੈ ਮਹਾਂ ਸਿਆ ਤੇਰਾ ਬਦਾਵਾ ਪਾੜਿਆ। ਫਿਰ ਮਹਾਂ ਸਿੰਘ ਦੇ ਸਾਹਮਣੇ ਮਹਾਰਾਜ ਨੇ ਬਦਾਵਾ ਪਾੜਿਆ। ਇਸ ਤਰ੍ਹਾਂ ਅਸੀਂ ਬਦਾਵੇ ਲਿਖੀ ਫਿਰਦੇ ਹਾਂ, ਤੇ ਆਪਣਾ ਬਦਾਵਾ ਜੇ ਪੜਵਾਉਣਾ ਹੈ, ਤੇ ਜੇ ਟੁੱਟੀ ਗੰਢਣੀ ਹੈ ਗੁਰੂ ਦੇ ਨਾਲ, ਤੇ ਆਪਾਂ ਨੂੰ ਵੀ ਇਹ ਪਾਸੇ ਆਉਣਾ ਪਏਗਾ, ਸਿੱਖੀ ਧਾਰਨ ਕਰਨੀ ਪਵੇਗੀ। ਮਹਾਰਾਜ ਕਹਿੰਦੇ ਪਰਮੇਸ਼ਰ ਵਾਹਿਗੁਰੂ ਟੁੱਟੀਆਂ ਗੰਢਣਹਾਰ ਗੋਪਾਲ ਪਰਮੇਸ਼ਰ ਹੈ, ਸਰਬ ਜੀਆਂ ਆਪੇ ਪ੍ਰਤਪਾਲ, ਸਾਰਿਆਂ ਜੀਵਾਂ ਦੀ ਪ੍ਰਤਪਾਲਣਾ ਕਰਨ ਵਾਲਾ ਵਾਹਿਗੁਰੂ ਹੈ। ਸਰਬ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ। ਮਹਾਰਾਜ ਕਹਿੰਦੇ ਸਰਬ ਕੀ ਚਿੰਤਾ ਜਿਸ ਮਨ ਮਾਹੇ, ਸਾਰਿਆਂ ਦੀ ਚਿੰਤਾ ਜਿਸ ਦੇ ਮਨ ਦੇ ਵਿੱਚ ਹੈ, ਭਾਵ ਉਸ ਵਾਹਿਗੁਰੂ ਨੂੰ ਸਾਰਿਆਂ ਦੀ ਚਿੰਤਾ ਹੈ ਕਿ ਮੈਂ ਸਾਰਿਆਂ ਦੀ ਪਾਲਣਾ ਕਰਨੀ, ਸੋਚ ਹੈ ਇਹਨੂੰ ਕਿ ਮੈਂ ਸਾਰਿਆਂ ਨੂੰ ਪਾਲਣਾ ਕਰਨੀ ਹੈ ਸਾਰਿਆਂ ਦੀ। ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ, ਕਿਉਂਕਿ ਉਹਨੇ ਜਗਤ ਦੀ ਰਚਨਾ ਕੀਤੀ ਹੈ, ਇਹਨੂੰ ਸਾਰਿਆਂ ਦੇ ਮੰਦੇ ਚੰਗੇ ਦੀ, ਹਰ ਕਿਸੇ ਦੀ ਉਹਨੂੰ ਪਹੁੰਚ ਹੈ ਕਿ ਮੈਂ ਕਿਹਨੂੰ ਪ੍ਰਸ਼ਾਦਾ ਦੇਣਾ ਹੈ, ਜਲ ਪਾਣੀ ਕਿਹਦੇ ਤੱਕ ਪਹੁੰਚਾਉਣਾ ਹੈ, ਸਾਰਿਆਂ ਨੂੰ ਪਰਮੇਸ਼ਰ ਨੇ ਵੰਡ ਕੇ ਸਾਰਾ ਕੁਝ ਦਿੱਤਾ ਹੈ। ਇਹ ਗੱਲ ਅਲੱਗ ਹੈ ਕਿ ਸਾਡੇ ਕਰਮਾਂ ਕਰਕੇ ਕਿਸੇ ਨੂੰ ਥੋੜਾ ਤੇ ਕਿਸੇ ਨੂੰ ਬਹੁਤਾ ਮਿਲਿਆ ਹੈ, ਪਰ ਪਰਮੇਸ਼ਰ ਵੱਲੋਂ ਕੋਈ ਘਾਟ ਨਹੀਂ, ਪਰਮੇਸ਼ਰ ਸਾਨੂੰ ਪੂਰਾ ਹੀ ਦਿੰਦਾ ਹੈ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਸਾਰਿਆਂ ਦੀ ਚਿੰਤਾ ਜਿਸ ਪਰਮੇਸ਼ਰ ਦੇ ਮਨ ਵਿੱਚ ਹੈ, ਇਸ ਤੇ ਬਿਰਥਾ ਕੋਈ ਨਾ ਹੈ। ਮਹਾਰਾਜ ਕਹਿੰਦੇ ਉਸ ਤੋਂ ਕੋਈ ਭਾਈ ਸਿੱਖੋ ਕੋਈ ਬਿਰਥਾ ਨਹੀਂ ਜਾਂਦਾ, ਉਸ ਪਰਮੇਸ਼ਰ ਦੇ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ। ਜਿਹਦੇ ਮਨ ਦੇ ਵਿੱਚ ਚਿੰਤਾ ਹੈ ਨਾ, ਕਿਉਂਕਿ ਉਹ ਸਾਡਾ ਪਿਤਾ ਹੈ ਪਰਮੇਸ਼ਰ ਵਾਹਿਗੁਰੂ, ਤੇ ਉਹਦੇ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ। ਉਹ ਪਰਮੇਸ਼ਰ ਕਿਸੇ ਨੂੰ ਬਿਰਥਾ ਨਹੀਂ ਜਾਣ ਦਿੰਦਾ, ਜਿਸ ਤੇ ਬਿਰਥਾ ਕੋਈ ਨਾ ਹੈ, ਉਹ ਤੋਂ ਕੋਈ ਬਿਰਥਾ ਨਹੀਂ ਜਾਂਦਾ, ਕੋਈ ਖਾਲੀ ਨਹੀਂ ਰਹਿੰਦਾ। ਉਹ ਸਾਰਿਆਂ ਨੂੰ ਪਰਿਪੂਰਨ ਕਰਨ ਵਾਲਾ ਪਰਮੇਸ਼ਰ ਹੈ। ਰੇ ਮਨ ਮੇਰੇ ਸਦਾ ਹਰਿ ਜਾਪ, ਅਬਿਨਾਸੀ ਪ੍ਰਭ ਆਪੇ ਆਪ। ਰੇ ਮਨ ਮੇਰੇ ਸਦਾ ਹਰਿ ਜਾਪ, ਇਸ ਕਰਕੇ ਮੇਰੇ ਆ ਮਨਾ, ਇਹ ਗੁਰਸਿੱਖ ਪਿਆਰਿਓ ਆਪਣੇ ਮਨਾਂ ਨੂੰ ਸਮਝਾਓ, ਰੇ ਮਨ ਮੇਰੇ ਸਦਾ ਹਰਿ ਜਾਪ, ਇਹ ਮੇਰਿਆ ਮਨਾ ਉਸ ਹਰੀ ਨੂੰ ਵਾਹਿਗੁਰੂ ਨੂੰ ਸਦਾ ਜਪਣਾ ਕਰ, ਸਦਾ ਉਹਦੇ ਜਾਪ 'ਚ ਜੁੜਿਆ ਰਹਿ। ਅਬਿਨਾਸੀ ਪ੍ਰਭ ਆਪੇ ਆਪ, ਪਰਮੇਸ਼ਰ ਵਾਹਿਗੁਰੂ ਅਬਿਨਾਸੀ ਹੈ,
ਉਹ ਆਪੇ ਆਪ ਹੈ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ। ਉਹ ਆਪ ਹੀ ਹੈ, ਨਾਸ਼ ਤੋਂ ਰਹਿਤ ਹੈ ਤੇ ਹਰ ਜਗ੍ਹਾ ਦੇ ਉੱਤੇ ਉਹੀ ਵਿਆਪਕ ਹੈ। ਆਪਣ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ। ਆਪਣ ਕੀਆ ਕਛੂ ਨਾ ਹੋਏ, ਮਨੁੱਖ ਦਾ ਕੀਤਾ ਹੋਇਆ ਕੁਛ ਨਹੀਂ ਹੁੰਦਾ। ਆਪਣ ਕੀਆ ਕਛੂ ਨਾ ਹੋਏ, ਮਹਾਰਾਜ ਕਹਿੰਦੇ ਆ ਜੇ ਮਨੁੱਖ ਕਵੇ ਨਾ ਕਿ ਮੈਂ ਕੁਝ ਕਰਦਾ ਹੈ, ਤੇ ਮਹਾਰਾਜ ਕਹਿੰਦੇ ਕੋਈ ਪ੍ਰਾਣੀ, ਕੋਈ ਵੀ ਮਨੁੱਖ ਆਪਣਾ ਕੀਤਾ ਕਛੂ ਨਾ ਹੋਏ, ਦਾ ਕੀਤਾ ਕੁਛ ਨਹੀਂ ਹੁੰਦਾ। ਜੇ 100 ਪ੍ਰਾਣੀ ਲੋਚੈ ਕੋਏ, ਮਹਾਰਾਜ ਕਹਿੰਦੇ ਜੇ 100 ਭਾਵੇਂ 100 ਸੈਂਕੜੇ ਵਾਰ ਲੋਚੀ ਜਾਵੇ, ਇੱਛਾ ਕਰੀ ਜਾਵੇ, ਪਰ ਪਰਮੇਸ਼ਰ ਦੀ ਰਜ਼ਾ ਤੋਂ ਬਿਨਾ, ਪਰਮੇਸ਼ਰ ਦੀ ਕਿਰਪਾ ਤੋਂ ਬਿਨਾ ਕੋਈ ਕਾਰਜ ਨਹੀਂ ਹੋਣਾ। ਪ੍ਰਾਣੀ ਜਿੰਨਾ ਮਰਜ਼ੀ ਲੋਚੀ ਜਾਵੇ, ਜਿੰਨਾ ਮਰਜ਼ੀ ਸੋਚੀ ਜਾਵੇ, ਮੈਂ ਇੰਝ ਕਰ ਲਾਂਗਾ, ਮੈਂ ਉਹ ਕਰ ਲਾਂਗਾ, ਜੇ ਆਹ ਕਾਰਜ ਮੈਂ ਇੰਝ ਕਰ ਲਵਾਂਗਾ ਤੇ ਮੇਰਾ ਇਹ ਕੰਮ ਸਵਰ ਜਾਵੇਗਾ, ਪਰ ਹੋਣਾ ਉਹੀ ਹੈ ਜੋ ਪਰਮੇਸ਼ਰ ਨੂੰ ਭਾਉਂਦਾ। ਤਿਸ ਬਿਨ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਪ ਏਕ ਹਰਿ ਨਾਮ। ਤਿਸ ਬਿਨ ਨਾਹੀ ਤੇਰਾ ਕਿਛ ਕਾਮ, ਸਤਿਗੁਰੂ ਕਹਿੰਦੇ ਭਾਈ ਸਿੱਖਾ, ਉਸ ਵਾਹਿਗੁਰੂ ਤੋਂ ਬਿਨਾ, ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾ ਹੋਰ ਤੇਰੇ ਕੁਛ ਵੀ ਕੰਮ ਨਹੀਂ ਆਉਣਾ। ਗਤ ਨਾਨਕ ਜਪ ਏਕ ਹਰਿ ਨਾਮ, ਸਤਿਗੁਰੂ ਕਹਿੰਦੇ ਉਸ ਵਾਹਿਗੁਰੂ ਇੱਕ ਦਾ ਨਾਮ ਜਪ, ਜਿਹਦੇ ਜਪਣ ਦੇ ਨਾਲ ਤੇਰੀ ਗਤੀ ਹੋਵੇ, ਭਾਵ ਤੈਨੂੰ ਮੁਕਤੀ ਪ੍ਰਾਪਤ ਹੋ ਜਾਵੇ। ਗਤ ਨਾਨਕ ਜਪ ਏਕ ਹਰਿ ਨਾਮ, ਭਾਈ ਸਿੱਖਾ ਉਸ ਵਾਹਿਗੁਰੂ ਦਾ ਨਾਮ ਜਪ ਤੇ ਤੇਰੀ ਗਤੀ ਜਿਹੜੀ ਹੋ ਜਾਵੇ, ਇਸ ਕਰਕੇ ਇਹਨੂੰ ਸਿਮਰਨਾ ਕਰ। ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਮਹਾਰਾਜ ਕਹਿੰਦੇ ਕੋਈ ਰੂਪਵੰਤ, ਬੜੇ ਸੁੰਦਰ ਰੂਪ ਵਾਲਾ ਹੋ ਕੇ ਪਰਮੇਸ਼ਰ ਨੂੰ ਮੋਹਿਤ ਨਹੀਂ ਕਰ ਸਕਦਾ। ਪਰਮੇਸ਼ਰ ਦੇ ਸਾਹਮਣੇ, ਵਾਹਿਗੁਰੂ ਦੇ ਸਾਹਮਣੇ ਰੂਪ ਦੀ ਕੋਈ ਨਹੀਂ ਚੱਲਦੀ। ਕੋਈ ਕਵੇ ਮੈਂ ਬੜਾ ਸੋਹਣਾ ਆ, ਮੈਂ ਬਹੁਤ ਸੁੰਦਰ ਆ ਤੇ ਪਰਮੇਸ਼ਰ ਮੇਰੇ ਤੋਂ ਪ੍ਰਭਾਵਿਤ ਹੋ ਜਾਏਗਾ, ਇਹ ਨਹੀਂ ਹੋ ਸਕਦਾ। ਰੂਪਵੰਤ ਹੋਏ ਨਾ ਹੀ ਮੋਹੇ, ਪ੍ਰਭ ਕੀ ਜੋਤ ਸਗਲ ਘਟ ਸੋਹੇ। ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦੀ ਜੋਤ ਸਾਰਿਆਂ ਘਟਾਂ ਦੇ ਵਿੱਚ ਆ। ਜੇ ਤੂੰ ਸੋਹਣਾ ਹੈ ਤਾਂ ਵੀ ਤੇਰੇ ਵਿੱਚ ਆ, ਜੇ ਤੂੰ ਕੋਝਾ ਹੈ ਤੇ ਤਾਂ ਵੀ ਤੇਰੇ ਵਿੱਚ ਆ। ਉਹ ਪਰਮੇਸ਼ਰ ਦੀ ਜੋਤ, ਪ੍ਰਭ ਕੀ ਜੋਤ ਸਗਲ ਘਟ ਸੋਹੇ। ਤਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕੇ ਤਿਸਕਾ ਦੀਆ ਦਰਬੈ। ਮਹਾਰਾਜ ਕਹਿੰਦੇ ਜੇ ਕੋਈ ਧਨਵੰਤ ਹੋ ਕੇ ਹੰਕਾਰ ਕਰੇ ਤੇ ਉਹਦਾ ਹੰਕਾਰ ਕੀਤਾ ਵੀ ਕਿਸੇ ਕੰਮ ਦਾ ਨਹੀਂ, ਕਿਉਂਕਿ ਜਾਂ ਸਭ ਕੁਛ ਤਿਸਕਾ ਦੀਆ ਦਰਬ ਹੈ, ਕਿਉਂਕਿ ਸਾਰਾ ਕੁਛ ਉਹਨੂੰ ਦਿੱਤਾ, ਦਰਬ ਧਨ ਦਿੱਤਾ, ਪਦਾਰਥ ਪਰਮੇਸ਼ਰ ਦਾ ਹੀ ਦਿੱਤਾ ਹੋਇਆ, ਕਿਉਂਕਿ ਅਮੀਰ ਨੂੰ ਵੀ ਪਰਮੇਸ਼ਰ ਦੇਣ ਵਾਲਾ। ਇਸ ਕਰਕੇ ਧਨਵੰਤ ਹੋ ਕੇ ਮਨੁੱਖ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਅਤ ਸੂਰਾ ਜੇ ਕਉ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ। ਮਹਾਰਾਜ ਕਹਿੰਦੇ ਜੇ ਕੋਈ ਆਪਣੇ ਆਪ ਨੂੰ ਸੂਰਮਾ ਕਹਾਵੇ ਕਿ ਮੈਂ ਬਹੁਤ ਤਗੜਾ ਸੂਰਮਾ, ਤੇ ਮਹਾਰਾਜ ਕਹਿੰਦੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਪ੍ਰਭੂ ਦੀ ਕਲਾ ਤੋਂ ਬਿਨਾ, ਉਹਦੀ ਸ਼ਕਤੀ ਤੋਂ ਬਿਨਾ, ਉਹਦੀ ਦਿੱਤੀ ਹੋਈ ਦਾਤ ਤੋਂ ਬਿਨਾ ਤੂੰ ਤੇ ਚੱਲ ਵੀ ਨਹੀਂ ਸਕਦਾ, ਦੌੜ ਵੀ ਨਹੀਂ ਸਕਦਾ। ਧਾਵੇ ਦਾ ਅਰਥ ਦੌੜਨਾ, ਚੱਲਣਾ, ਤੇ ਤੂੰ ਤੁਰ ਫਿਰ ਹੀ ਨਹੀਂ ਸਕਦਾ, ਤੇ ਤੂੰ ਕਿਸੇ ਨੂੰ ਕਿਵੇਂ ਹਰਾ ਲਵੇਂਗਾ ਐਡਾ ਵੱਡਾ ਸੂਰਮਾ ਕਹਾਉਣ ਵਾਲਾ। ਜੇ ਆਪਣੇ ਆਪ ਨੂੰ ਤੂੰ ਸੂਰਮਾ ਕਹਾਉਣਾ ਹੈ, ਪਰ ਪ੍ਰਭੂ ਦੀ ਕਿਰਪਾ ਤੋਂ ਬਿਨਾ ਥੋੜੀ ਤੂੰ ਸੂਰਮਾ। ਜੇ ਤੈਨੂੰ ਸੱਤਿਆ ਹੀ ਨਾ ਦੇਂਦਾ ਮੰਜੇ ਤੋਂ ਉੱਠਣ ਦੀ, ਤੇ ਤੂੰ ਕਿਸੇ ਨਾਲ ਕਿਵੇਂ ਲੜ ਲੈਣਾ ਸੀ। ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨਹਾਰ ਜਾਣੈ ਗਾਵਾਰ। ਜੇ ਕੋਈ ਕਵੇ ਕਿ ਮੈਂ ਬਹੁਤ ਵੱਡਾ ਦਾਤਾਰ ਹਾਂ, ਮੈਂ ਸਾਰਿਆਂ ਨੂੰ ਦਿੰਦਾ ਹਾਂ। ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨਹਾਰ ਜਾਣੈ ਗਾਵਾਰ। ਮਾਰੇ ਕਹਿੰਦੇ ਉਹਨੂੰ ਗਵਾਰ ਨੂੰ ਮੂਰਖ ਇਹ ਨਹੀਂ ਜਾਣਦਾ ਕਿ ਮੈਨੂੰ ਕੌਣ ਦੇਣ ਵਾਲਾ। ਦੇਨਹਾਰ ਜਾਣੈ ਗਾਵਾਰ, ਮਾਰੇ ਕਹਿੰਦੇ ਉਸ ਜਾਣੈ, ਉਸ ਗਵਾਰ ਮੂਰਖਾ ਉਹਨੂੰ ਜਾਣ ਜਿਹੜਾ ਤੈਨੂੰ ਦੇ ਰਿਹਾ। ਤਿਸ ਦੇਨਹਾਰ ਜਾਣੈ ਗਾਵਾਰ, ਉਸ ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਜਾਣ ਜਿਹੜਾ ਤੈਨੂੰ ਦਾਤਾਰ ਬਣਾ ਕੇ ਦੂਸਰਿਆਂ ਨੂੰ ਦੇਣ ਵਾਸਤੇ ਜਿਹਨੇ ਤੈਨੂੰ ਬਣਾਇਆ। ਕਈਆਂ ਨੂੰ ਦਾਨ ਪੁੰਨ ਦਾ ਹੰਕਾਰ ਹੋ ਜਾਂਦਾ ਨਾ। ਮਹਾਰਾਜ ਨੇ ਕਿਹਾ ਦਾਨ ਪੁੰਨ ਦਾ ਕਾਹਦਾ ਹੰਕਾਰ, ਜਦੋਂ ਦੇਣ ਵਾਲਾ ਤੈਨੂੰ ਪਰਮੇਸ਼ਰ ਹੈ। ਜੇ ਉਹ ਤੈਨੂੰ ਨਾ ਦਿੰਦਾ ਤੇ ਤੂੰ ਅੱਗੇ ਕਿਸੇ ਨੂੰ ਕਿਵੇਂ ਦੇ ਸਕਦਾ ਸੀ। ਜਿਸ ਗੁਰ ਪ੍ਰਸਾਦ ਟੁੱਟੈ ਹਉ ਰੋਗ, ਨਾਨਕ ਸੋ ਜਨ ਸਦਾ ਆਰੋਗ। ਜਿਸ ਗੁਰੂ ਦੀ ਕਿਰਪਾ ਦੇ ਨਾਲ ਹਉਮੈ ਦੇ ਰੋਗ ਨਾਸ਼ ਹੁੰਦੇ ਆ, ਨਾਨਕ ਸੋ ਜਨ ਸਦਾ ਆਰੋਗ। ਜਿਸ ਦੇ ਮਨੁੱਖ ਦੇ ਗੁਰੂ ਦੀ ਕਿਰਪਾ ਦੇ ਨਾਲ ਹਉਮੈ ਦੇ ਰੋਗ ਖਤਮ ਹੋ ਗਏ, ਮਹਾਰਾਜ ਕਹਿੰਦੇ ਸੋ ਜਨ ਸਦਾ ਆਰੋਗ। ਉਹ ਮਨੁੱਖ ਅਰੋਗ ਹੋ ਗਿਆ, ਭਾਵ ਹਉਮੈ ਤੋਂ ਦਰੁਸਤ ਹੋ ਗਿਆ। ਹਉਮੈ ਵੱਲੋਂ ਉਹਦਾ ਮਨ ਟੁੱਟ ਗਿਆ। ਫਿਰ ਉਹ ਭਾਵੇਂ ਦਾਤਾ ਬਣੀ ਜਾਵੇ, ਭਾਵੇਂ ਸੂਰਮਾ ਬਣੀ ਜਾਵੇ, ਭਾਵੇਂ ਧਨਵੰਤ ਬਣੀ ਜਾਵੇ, ਭਾਵੇਂ ਉਹਦਾ ਸੁੰਦਰ ਰੂਪ ਹੋਵੇ, ਪਰ ਫਿਰ ਵੀ ਪਰਮੇਸ਼ਰ ਨੂੰ ਸਿਮਰਦਾ ਹੈ, ਉਹ ਹੰਕਾਰ ਨਹੀਂ ਕਰਦਾ। ਜਿਉ ਮੰਦਰ ਕਉ ਥਾਮੈ ਥੰਮਣ, ਤਿਉ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਜਿਵੇਂ ਸਤਿਗੁਰ ਕਹਿੰਦੇ ਮੰਦਰ ਨੂੰ ਥੰਮ ਜਿਹੜੇ ਆ, ਬੀਮ ਜਿਹਨੂੰ ਆਪਾਂ ਕਹਿ ਦਿੰਦੇ ਆ, ਥੰਮ ਜਿਹੜੇ ਆ, ਥੰਮਲੇ, ਉਹ ਕਿਸੇ ਮੰਦਰ ਨੂੰ, ਕਿਸੇ ਘਰ ਨੂੰ ਟਿਕਾ ਕੇ ਰੱਖਦੇ। ਕਿਸੇ ਘਰ ਦੀ ਛੱਤ ਪੈਣੀ ਹੋਵੇ, ਲੈਂਟਰ ਪੈਣਾ ਹੋਵੇ,
ਤੇ ਉਹ ਸਰੀਆ ਪਾ ਕੇ ਜਿਹੜੇ ਮਿਸਤਰੀ ਹੁੰਦੇ ਆ ਉਹ ਕਹਿੰਦੇ ਕਿ ਪਹਿਲਾਂ ਸਰੀਆ ਪਾਉਣਾ ਪਏਗਾ, ਚੰਗੇ ਥੰਮਲੇ ਬਣਾਉਣੇ ਪੈਣਗੇ, ਤੇ ਜਿੰਨਾ ਵੀ ਥੱਲੇ ਥੰਮਲੇ ਚੰਗੇ ਬਣਾਏ ਹੋਣਗੇ ਉਹਨਾਂ ਹੀ ਉੱਤੇ ਜਿੰਨੀਆਂ ਮਰਜ਼ੀ ਬਿਲਡਿੰਗਾਂ ਕਹਿੰਦੇ ਬਣਾਈ ਜਾਓ। ਇਸ ਕਰਕੇ ਮੰਦਰ ਨੂੰ ਥੰਮ ਕੇ ਕੌਣ ਰੱਖਦਾ ਹੈ, ਘਰ ਨੂੰ ਜਾਂ ਕਿਸੇ ਵੀ ਜਗ੍ਹਾ ਨੂੰ। ਇੱਥੇ ਮੰਦਰ ਦਾ ਅਰਥ ਮਕਾਨ ਕਰਾਂਗੇ। ਮਕਾਨ ਨੂੰ ਥੰਮ ਕੇ ਰੱਖਣ ਵਾਲਾ ਕੀ ਹੈ? ਜੋ ਮੰਦਰ ਕੋ ਥੰਮ ਹੈ ਥੰਮਣ। ਥੰਮਣ ਭਾਵ ਥੰਮੀਆਂ ਜਿਹੜੀਆਂ ਉਹਨੂੰ ਥੰਮ ਕੇ ਰੱਖਦੀਆਂ, ਬੀਮ ਜਿਹੜੇ ਉਹਨੂੰ ਟਿਕਾ ਕੇ ਰੱਖਦੇ ਆ, ਤਿਉਂ ਗੁਰ ਕਾ ਸ਼ਬਦ ਮੰਨਿਆ ਥੰਮਣ। ਇਸੇ ਕਰਕੇ ਜਿਹੜਾ ਗੁਰੂ ਦਾ ਸ਼ਬਦ ਹੈ ਭਾਈ ਸਿੱਖੋ, ਉਹ ਮਨ ਨੂੰ ਥੰਮ ਕੇ ਰੱਖਦਾ, ਮਨ ਨੂੰ ਵਿਕਾਰਾਂ ਵੱਲ ਨਹੀਂ ਜਾਣ ਦਿੰਦਾ। ਮਨ ਦਾ ਜਿਹੜਾ ਵੇਗ ਹੈ ਨਾ, ਹੋਰ ਪਾਸੇ ਨੂੰ ਨਹੀਂ ਜਾਣ ਦਿੰਦਾ ਗੁਰੂ ਦਾ ਸ਼ਬਦ। ਜਿਹੜੇ ਗੁਰਸਿੱਖ ਬਾਣੀ ਪੜ੍ਹਦੇ ਆ, ਨਾਮ ਜਪਦੇ ਆ, ਸਿਮਰਨ ਕਰਦੇ ਆ, ਉਹਨਾਂ ਨੂੰ ਫਿਰ ਆਸਰਾ ਨਾਮ ਦਾ ਹੋ ਜਾਂਦਾ ਹੈ, ਸ਼ਬਦ ਦਾ ਹੋ ਜਾਂਦਾ ਹੈ। ਫਿਰ ਉਹਨਾਂ ਦਾ ਮਨ ਹੋਰ ਪਾਸੇ ਨਹੀਂ ਧਾਉਂਦਾ, ਫਿਰ ਉਹ ਸਦਾ ਹੀ ਨਾਮ 'ਚ ਟਿਕ ਜਾਂਦੇ ਆ। ਜਿਵੇਂ ਮੰਦਰ ਨੂੰ, ਮਕਾਨ ਨੂੰ ਥੰਮ ਕੇ ਰੱਖਦੀਆਂ ਥੰਮੀਆਂ, ਉਸੇ ਤਰ੍ਹਾਂ ਗੁਰਸਿੱਖ ਨੂੰ ਥੰਮ ਕੇ ਰੱਖਦਾ ਹੈ ਸ਼ਬਦ। ਉਸੇ ਤਰ੍ਹਾਂ ਗੁਰਸਿੱਖ ਨੂੰ ਥੰਮ ਕੇ ਰੱਖਦੀ ਹੈ ਬਾਣੀ, ਸਿੱਖ ਨੂੰ ਥੰਮ ਕੇ ਰੱਖਦਾ ਹੈ ਸਿਮਰਨ, ਨਾਮ, ਭਜਨ, ਬੰਦਗੀ। ਜਿਉ ਪਾਖਾਨ ਨਾਵ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਦਿਸ ਤਰੈ। ਮਹਾਰਾਜ ਕਹਿੰਦੇ ਪਾਖਾਨ ਦਾ ਅਰਥ ਹੁੰਦਾ ਹੈ ਸਾਧ ਸੰਗਤ ਪੱਥਰ। ਜਿਉਂ ਪਖਾਨ ਨਹੀਂ ਪੜ੍ਹਨਾ, ਪਾਖਾਨ ਪੜ੍ਹਨਾ, ਪੱਪੇ ਨੂੰ ਵੀ ਕੰਨਾ ਲੱਗਾ ਆ। ਜਿਉ ਪਾਖਾਨ ਨਾਵ ਚੜ੍ਹ ਤਰੈ। ਮਹਾਰਾਜ ਕਹਿੰਦੇ ਜਦੋਂ ਕਿਸੇ ਪੱਥਰ ਨੂੰ ਪਾਣੀ 'ਚ ਸਿੱਧਾ ਸਿੱਟੀਏ ਉਹ ਡੁੱਬ ਜਾਂਦਾ, ਪਰ ਜੇ ਕਿਸੇ ਕਿਸ਼ਤੀ ਦੇ ਵਿੱਚ ਰੱਖੀਏ, ਨਾਵ ਦੇ ਵਿੱਚ ਰੱਖੀਏ, ਕਿਸ਼ਤੀ 'ਚ ਰੱਖੀਏ, ਤੇ ਉਹ ਵੀ ਤਰ ਜਾਂਦਾ। ਕਿ ਜਿਵੇਂ ਸਤਿਗੁਰ ਕਹਿੰਦੇ ਪੱਥਰ ਨਾਵ ਦੇ ਵਿੱਚ, ਕਿਸ਼ਤੀ ਦੇ ਵਿੱਚ ਚੜ੍ਹ ਕੇ ਤਰ ਜਾਂਦਾ ਹੈ, ਉਸੇ ਤਰ੍ਹਾਂ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪ੍ਰਾਣੀ ਜਿਹੜਾ ਮਨੁੱਖ ਹੈ, ਜੇ ਉਹ ਗੁਰੂ ਦੇ ਚਰਨਾਂ 'ਚ ਲੱਗ ਜਾਵੇ, ਭਾਵੇਂ ਉਹ ਜਿੰਨੇ ਮਰਜ਼ੀ ਕਠੋਰ ਚਿੱਤ ਵਾਲਾ ਪਾਪੀ ਹੈ, ਵਿਕਰਮੀ ਹੈ, ਜਿਵੇਂ ਦਾ ਮਰਜ਼ੀ ਹੋਵੇ, ਮਹਾਰਾਜ ਕਹਿੰਦੇ ਉਹਦਾ ਗੁਰੂ ਦਾ ਸ਼ਬਦ ਨਿਸਤਾਰਾ ਕਰ ਦਿੰਦਾ। ਬਸ ਉਹ ਪ੍ਰਾਣੀ ਗੁਰੂ ਦੇ ਚਰਨਾਂ 'ਚ ਲੱਗ ਜਾਵੇ, ਜੁੜ ਜਾਵੇ ਆ ਕੇ, ਤੇ ਗੁਰੂ ਉਹਦਾ ਨਿਸਤਾਰਾ ਕਰ ਦਿੰਦਾ ਹੈ, ਉਹਦੇ ਉੱਤੇ ਵੀ ਕਿਰਪਾ ਕਰ ਦਿੰਦਾ ਹੈ। ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਮਹਾਰਾਜ ਕਹਿੰਦੇ ਜਿਵੇਂ ਅੰਧਕਾਰ ਹਨੇਰੇ ਦੇ ਵਿੱਚ ਦੀਪਕ ਪ੍ਰਗਾਸ, ਦੀਪਕ ਦਾ ਚਾਨਣ ਹੋਵੇ, ਜੇ ਕਿਤੇ ਹਨੇਰਾ ਹੋਵੇ ਬਹੁਤ ਜ਼ਿਆਦਾ, ਉਸ ਜਗ੍ਹਾ ਦੇ ਉੱਤੇ ਦੀਵਾ ਜਗਾ ਦਿਓ ਜਾਂ ਕੋਈ ਲਾਈਟ ਜਗਾ ਦਿਓ ਤਾਂ ਇੱਥੇ ਚਾਨਣ ਹੋ ਜਾਵੇਗਾ। ਜੋ ਅੰਧਕਾਰ ਦੀਪਕ ਪ੍ਰਗਾਸ, ਪ੍ਰਗਾਸ ਦਾ ਅਰਥ ਹੁੰਦਾ ਚਾਨਣ। ਮਹਾਰਾਜ ਕਹਿੰਦੇ ਜਿਵੇਂ ਹਨੇਰੇ 'ਚ ਦੀਵੇ ਦਾ ਚਾਨਣ ਹੁੰਦਾ ਹੈ ਨਾ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਉਹ ਗੁਰੂ ਦੇ ਦਰਸ਼ਨ ਦੇਖ ਕੇ ਮਨ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਮਨ ਦੇ ਅੰਦਰ ਵਿਗਾਸ ਦਾ ਅਰਥ ਹੁੰਦਾ ਖੇੜਾ ਆ ਜਾਂਦਾ ਮਨੁੱਖ ਦੇ ਮਨ ਦੇ ਅੰਦਰ। ਜਿਵੇਂ ਅੰਧਕਾਰ 'ਚ ਦੀਪਕ ਜਗਣ ਦੇ ਨਾਲ ਸਾਰਾ ਕੁਝ ਦਿਖਣ ਲੱਗ ਪੈਂਦਾ ਹੈ, ਇਸੇ ਤਰ੍ਹਾਂ ਗੁਰੂ ਦੇ ਦਰਸ਼ਨ ਕਰਨ ਦੇ ਨਾਲ, ਗੁਰੂ ਦੀ ਬਾਣੀ ਪੜ੍ਹਨ ਦੇ ਨਾਲ, ਸ਼ਬਦ ਦੇ ਦਰਸ਼ਨ ਕਰਨ ਦੇ ਨਾਲ ਮਨ ਜਿਹੜਾ ਖਿੜ ਜਾਂਦਾ ਹੈ, ਵਿਕਾਰਾਂ ਵੱਲੋਂ ਮੂੰਹ ਮੋੜ ਲੈਂਦਾ ਹੈ, ਤੇ ਮਨ ਸਦਾ ਹੀ ਖਿੜਿਆ ਰਹਿੰਦਾ। ਜੋ ਮਹਾ ਉਦਿਆਨ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਮਹਾਰਾਜ ਕਹਿੰਦੇ ਜਿਵੇਂ ਕੋਈ ਆਦਮੀ ਮਹਾ ਉਦਿਆਨ ਭਾਵ ਉਜਾੜ ਬੀਆਬਾਨ ਜੰਗਲ ਦੇ ਵਿੱਚ ਕੋਈ ਭੁੱਲੇ ਨੂੰ ਰਸਤੇ ਤੇ ਪਾ ਦੇਵੇ। ਕੋਈ ਤੁਰਿਆ ਜਾ ਰਿਹਾ ਹੋਵੇ ਨਾ, ਜਿਹਨੂੰ ਪਤਾ ਹੀ ਨਾ ਹੋਵੇ ਕਿ ਕਿੱਧਰ ਨੂੰ ਜਾਣਾ, ਬੀਆਬਾਨ ਹੋਵੇ, ਕੋਈ ਮਨੁੱਖ ਨਾ ਦਿਖੇ, ਪਰ ਉੱਥੇ ਕੋਈ ਇੱਕ ਮਨੁੱਖ ਐਸਾ ਉਹਨੂੰ ਦਿਖ ਪਵੇ ਤੇ ਉਹਨੂੰ ਪੁੱਛ ਲੈਂਦਾ, ਭਾਈ ਮੈਂ ਫਲਾਣੀ ਜਗ੍ਹਾ ਜਾਣਾ ਹੈ, ਪਰ ਮੈਂ ਖੋ ਗਿਆ, ਮੈਂ ਭੁੱਲ ਗਿਆ, ਤੇ ਮੈਨੂੰ ਦੱਸ ਮੈਂ ਕਿਹੜੇ ਰਾਹ ਜਾਵਾਂ। ਤੇ ਉਹ ਮਨੁੱਖ ਕਵੇ ਕਿ ਭਾਈ ਇੱਧਰ ਨੂੰ ਚਲਾ ਜਾ, ਤੇ ਮਨੁੱਖ ਨੂੰ ਮਾਰਗ ਰਸਤਾ ਲੱਭ ਜਾਂਦਾ, ਫਿਰ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਰੂਪੀ ਉਦਿਆਨ ਹੈ, ਉਜਾੜਾ ਹੈ, ਇੱਥੇ ਅਸੀਂ ਭਟਕੇ ਪਏ ਹਾਂ, ਤੇ ਸਾਨੂੰ ਜਿਹੜਾ ਮਾਰਗ ਨਹੀਂ ਲੱਭ ਰਿਹਾ, ਪਰਮੇਸ਼ਰ ਦੇ ਰਾਹ ਨਹੀਂ ਲੱਭ ਰਿਹਾ। ਪਰ ਤਿਉ ਸਾਧੂ ਸੰਗ ਮਿਲੇ ਜੋਤ ਪ੍ਰਗਟਾਵੇ। ਪਰ ਜਦੋਂ ਸਾਧੂਆਂ ਦੀ ਸੰਗਤ ਮਿਲ ਜਾਵੇ, ਜਦੋਂ ਕੋਈ ਗੁਰਮੁਖ ਪਿਆਰਾ ਮਿਲ ਜਾਵੇ ਸਾਨੂੰ ਰਸਤਾ ਦਿਖਾਉਣ ਵਾਲਾ, ਤੇ ਉਹ ਸਾਧੂ ਸੰਗ ਮਿਲੇ ਜੋਤ ਪ੍ਰਗਟਾਵੇ, ਫਿਰ ਸਾਡੇ ਅੰਦਰ ਵੀ ਭਗਤੀ ਰੂਪੀ ਜੋਤ ਜਿਹੜੀ ਉਹ ਪ੍ਰਗਟ ਹੋ ਜਾਂਦੀ ਹੈ। ਭਗਤੀ ਦਾ ਮਾਰਗ ਜਿਹੜਾ ਉਹਦੇ ਤੇ ਅਸੀਂ ਚੱਲਣ ਲੱਗ ਪੈਂਦੇ ਹਾਂ। ਅੰਦਰ ਫਿਰ ਪਰਮੇਸ਼ਰ ਦੀ ਜੋਤ ਸਾਡੇ ਅੰਦਰ ਜਗ ਪੈਂਦੀ ਹੈ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ, ਜਦੋਂ ਅਸੀਂ ਸੰਗਤ ਕਰਦੇ ਸਾਧੂਆਂ ਦੀ, ਗੁਰਮੁਖ ਪਿਆਰਿਆਂ ਦੀ, ਨਾਮ ਜਪਣ ਵਾਲਿਆਂ ਦੀ, ਫਿਰ ਉਹ ਸਾਨੂੰ ਰਾਹ ਦਿਖਾ ਦਿੰਦੇ ਆ। ਉਹਦਾ ਰਾਹ ਨਹੀਂ ਮਨੁੱਖ ਨੂੰ ਦਿਖਦਾ, ਕਿਉਂਕਿ ਉਹਦਾ ਮਨੁੱਖ ਭਟਕਿਆ ਹੋਇਆ ਸੰਸਾਰ ਦੇ ਕਾਰਾਂ ਵਿਹਾਰਾਂ ਦੇ ਵਿੱਚ, ਸੰਸਾਰ ਦੇ ਕੰਮਾਂ ਦੇ ਵਿੱਚ। ਪਰ ਜਦੋਂ ਉਹ ਗੁਰੂ ਦੇ ਕੋਲ ਜਾਂਦਾ ਤੇ ਗੁਰੂ ਕਿਰਪਾ ਕਰਦਾ ਹੈ, ਤੇ ਗੁਰੂ ਕਿਰਪਾ ਕਰਕੇ ਕਿਸੇ ਸਾਧੂ ਨੂੰ, ਗੁਰਮੁਖ ਪਿਆਰੇ ਨੂੰ ਮਿਲਾ ਦਿੰਦਾ ਹੈ, ਤੇ ਜਦੋਂ ਗੁਰਮੁਖ ਪਿਆਰਿਆਂ ਦੀ ਸੰਗਤ ਕਰਨ ਲੱਗ ਪੈਂਦਾ ਹੈ ਮਨੁੱਖ, ਫਿਰ ਉਹਨੂੰ ਰਸਤਾ ਦਿਖ ਜਾਂਦਾ, ਤੇ ਅੰਦਰਲੀ ਜੋਤ ਜਿਹੜੀ ਪ੍ਰਗਟ ਹੋ ਜਾਂਦੀ ਹੈ। ਤਿਨ ਸੰਤਨ ਕੀ ਬਾਛੋਂ ਧੂਰ,
ਨਾਨਕ ਕੀ ਹਰ ਲੋਚਾ ਪੂਰ। ਮਹਾਰਾਜ ਕਹਿੰਦੇ ਇਹੋ ਜਿਹਾ ਸੰਤਾਂ ਦੀ, ਮਹਾਂਪੁਰਸ਼ਾਂ ਦੀ, ਜਿਹੜੇ ਰਾਹ ਦਿਖਾਉਂਦੇ ਹਨ ਮਨੁੱਖਤਾ ਨੂੰ, ਉਹਨਾਂ ਦੀ ਚਰਨ ਧੂੜੀ ਜਿਹੜੀ ਉਹ ਬਣਨਾ ਚਾਹੀਦਾ। ਗੁਰਸਿੱਖੋ, ਉਹਨਾਂ ਦੀ ਚਰਨ ਧੂੜੀ ਬਾਂਛੋ, ਬਾਂਛੋ ਦਾ ਅਰਥ ਹੁੰਦਾ ਚਾਹਣਾ, ਕਿ ਮੈਨੂੰ ਉਹਨਾਂ ਦੀ ਚਰਨ ਧੂੜੀ ਮਿਲ ਜਾਵੇ। ਮਹਾਰਾਜ ਕਹਿੰਦੇ ਤਿੰਨ ਸੰਤਨ ਕੀ ਬਾਛੋਂ ਧੂੜ। ਭਾਈ ਸਿੱਖੋ, ਉਹਨਾਂ ਸੰਤਾਂ ਦੀ, ਉਹਨਾਂ ਗੁਰਮੁਖ ਪਿਆਰਿਆਂ ਦੀ ਚਰਨ ਧੂੜ ਲਓ, ਲੱਭੋ ਉਹਨਾਂ ਦੀ ਚਰਨ ਧੂੜ। ਨਾਨਕ ਕੀ ਹਰ ਲੋਚਾ ਪੂਰ। ਸਤਿਗੁਰ ਕਹਿੰਦੇ ਆ ਭਾਈ, ਉਹਨਾਂ ਦੀ ਚਰਨ ਧੂੜ ਦੇ ਨਾਲ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਉਹਨਾਂ ਦੀ ਸੰਗਤ ਕਰਨ ਦੇ ਨਾਲ ਮਨ ਦੀਆਂ ਸਾਰੀਆਂ ਲੋਚਾਵਾਂ ਜਿਹੜੀਆਂ ਪੂਰੀਆਂ ਹੋ ਜਾਂਦੀਆਂ। ਹਰੀ ਉਹਨਾਂ ਦੀਆਂ, ਵਾਹਿਗੁਰੂ ਉਹਨਾਂ ਦੀਆਂ ਸਾਰੀਆਂ ਲੋਚਾਂ ਪੂਰੀਆਂ ਕਰ ਦਿੰਦਾ। ਨਾਨਕ ਕੀ ਹਰ ਲੋਚਾ ਪੂਰ। ਕਹਿੰਦੇ ਆ ਕਿ ਸਤਿਗੁਰੂ ਕਿ ਵਾਹਿਗੁਰੂ ਹਰੀ ਜਿਹੜਾ ਹੈ ਉਹਨਾਂ ਦੀਆਂ ਸਾਰੀਆਂ ਲੋਚਾਂ ਪੂਰੀਆਂ ਕਰ ਦਿੰਦਾ ਹੈ, ਜਿਹੜਾ ਮਨੁੱਖ ਸੰਗਤ ਕਰਦਾ ਹੈ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਮਰ ਕਹਿੰਦੇ ਹੇ ਮੇਰਿਆ ਮਨਾ ਮੂਰਖਾ, ਹੇ ਗੁਰਸਿੱਖੋ ਆਪਣੇ ਮਨ ਨੂੰ ਕਹੋ ਕਿ ਹੇ ਮੇਰੇ ਮਨਾ ਮੂਰਖਾ, ਕਾਹੇ ਬਿਲ ਲਾਈਏ, ਕਿਉਂ ਵਿਰਲਾਪ ਕਰਦਾ ਹੈ। ਹਾਏ ਮਾਇਆ, ਹਾਏ ਮਾਇਆ, ਪੈਸੇ ਖਤਮ ਹੋ ਗਏ, ਉਹ ਹੋ ਗਿਆ, ਜੋ ਹੋ ਗਿਆ, ਪਰਿਵਾਰ ਨਹੀਂ ਚੰਗਾ, ਰਿਸ਼ਤੇਦਾਰ ਨਹੀਂ ਚੰਗੇ, ਉਹ ਵੀ ਮਾੜਾ, ਉਹ ਵੀ ਮਾੜਾ। ਮਾਰੇ ਕਹਿੰਦੇ ਕਿਉਂ ਇਹ ਬਿਰਲਾਪ ਕਰਦਾ। ਸਾਰੀ ਦਿਹਾੜੀ ਮਨੁੱਖ ਬਿਰਲਾਪ ਕਰਦਾ ਰਹਿੰਦਾ, ਮੇਰਾ ਉਹ ਨਹੀਂ ਚੰਗਾ, ਫਲਾਨਾ ਨਹੀਂ ਚੰਗਾ, ਇਹ ਨਹੀਂ ਚੰਗਾ, ਉਹ ਨਹੀਂ ਚੰਗਾ, ਇਹਨੇ ਮੈਨੂੰ ਧੋਖਾ ਕੀਤਾ, ਉਹਨੇ ਇੰਜ ਕੀਤਾ। ਇਸ ਤਰ੍ਹਾਂ ਬਿਰਲਾਪ ਕਰਦਾ ਰਹਿੰਦਾ ਨਾ ਸਾਰਾ ਦਿਨ ਹੀ। ਤੇ ਮਾਰੇ ਕਹਿੰਦੇ ਭਾਈ ਸਿੱਖਾ, ਕਿਉਂ ਬਿਰਲਾਪ ਕਰਦਾ ਹੈ। ਮਨ ਮੂਰਖ ਕਾਹੇ ਬਿਲ ਲਾਈਏ, ਮੇਰਿਆ ਮੂਰਖ ਮਨਾ, ਕਿਉਂ ਬਿਰਲਾਪ ਕਰਦਾ, ਕਿਉਂ ਰੋਣਾ। ਪੁਰਬ ਲਿਖੇ ਕਾ ਲਿਖਿਆ ਪਾਈਏ, ਇਹ ਤਾਂ ਤੈਨੂੰ ਪੂਰਬਲੇ ਕਰਮਾਂ ਦਾ ਜੋ ਮਿਲਿਆ ਹੈ, ਤੇਰੇ ਮੱਥੇ ਤੇ ਲਿਖਿਆ ਆ ਉਹੀ ਪ੍ਰਾਪਤ ਕੀਤਾ ਤੂੰ। ਜੇ ਪਰਿਵਾਰ ਚੰਗਾ ਨਹੀਂ ਹੈ ਤੇ ਪੂਰਬਲੇ ਕਰਮ ਕੀਤੇ ਹੋਣਗੇ ਤੇ ਇਹੋ ਜਿਹਾ ਪਰਿਵਾਰ ਮਿਲਿਆ। ਜੇ ਪੂਰਬਲੇ ਕਰਮ ਚੰਗੇ ਕੀਤੇ ਆ ਤੇ ਚੰਗਾ ਪਰਿਵਾਰ ਮਿਲ ਗਿਆ, ਗੁਰਸਿੱਖੀ ਵਾਲਾ ਪਰਿਵਾਰ ਮਿਲ ਗਿਆ। ਜੇ ਪੂਰਬਲੇ ਕਰਮ ਚੰਗੇ ਨਹੀਂ ਆ ਤੇ ਫਿਰ ਉਹੋ ਜਿਹਾ ਹੀ ਪਰਿਵਾਰ ਮਿਲ ਜਾਂਦਾ। ਮਹਾਰਾਜ ਕਹਿੰਦੇ ਕਿਉਂ ਮੂਰਖਾ ਬਣਾ, ਕਿਉਂ ਤੂੰ ਐਵੇਂ ਰੋਣਾ ਆ, ਇਹ ਤੇ ਤੇਰੇ ਪੂਰਬਲੇ ਕਰਮਾਂ ਦਾ ਤੈਨੂੰ ਫਲ ਮਿਲਦਾ। ਜੋ ਵੀ ਸੰਸਾਰ ਤੇ ਮਿਲਦਾ ਹੈ ਨਾ, ਤੇਰੇ ਪੂਰਬਲੇ ਕਰਮਾਂ ਦਾ ਫਲ ਮਿਲਦਾ। ਮਾਇਆ ਥੋੜੀ ਹੈ ਵੀ ਪੂਰਬਲੇ ਕਰਮਾਂ ਦਾ ਕਰਕੇ ਥੋੜੀ ਮਿਲੀ ਹੈ। ਜੇ ਜ਼ਿਆਦੀ ਹੈ ਤੇ ਉਹ ਵੀ ਪੂਰਬਲੇ ਕਰਮਾਂ ਦਾ ਕਰਕੇ ਮਿਲੀ ਹੈ ਜ਼ਿਆਦੀ ਵੀ। ਤੇ ਜੇ ਚਿੰਤਾ ਆ, ਝੋਰੇ ਆ, ਉਹ ਵੀ ਤੈਨੂੰ ਜਿਹੜੇ ਆ ਇਹਨਾਂ ਕਰਮਾਂ ਦਾ ਕਰਕੇ, ਤੇਰੇ ਆਪਣੇ ਕਰਮਾਂ ਦਾ ਕਰਕੇ ਤੇਰੇ ਫਲ ਆ। ਤੂੰ ਕਿਉਂ ਬਿਰਲਾਪ ਕਰਦਾ ਹੈ। ਦੁਖ ਸੁਖ ਪ੍ਰਭ ਦੇਵਨਹਾਰ, ਅਵਰ ਤਿਆਗ ਤੂੰ ਤਸੈ ਚਿਤਾਰ। ਇਹ ਜਿਹੜਾ ਦੁੱਖ ਸੁੱਖ ਹੈ ਨਾ, ਇਹ ਪਰਮੇਸ਼ਰ ਹੀ ਦੇਵਨਹਾਰ ਹੈ, ਉਹਨੇ ਹੀ ਦਿੱਤਾ ਹੋਇਆ ਤੈਨੂੰ ਤੇਰੇ ਪੂਰਬਲੇ ਕਰਮਾਂ ਦਾ ਕਰਕੇ। ਤੇ ਜੇ ਤੂੰ ਬੰਦ ਖਲਾਸੀ ਚਾਹਣਾ ਇਹਨਾਂ ਦੁੱਖਾਂ ਤੋਂ, ਇਹਨਾਂ ਵਿਰਲਾਪਾਂ ਤੋਂ, ਤੇ ਫਿਰ ਅਵਰ ਤਿਆਗ ਤੂੰ ਤਸੈ ਚਿਤਾਰ, ਫਿਰ ਉਹ ਸਾਰੀਆਂ ਚਿੰਤਾਵਾਂ ਝੋਰੇ ਛੱਡ ਕੇ ਉਸ ਪਰਮੇਸ਼ਰ ਨੂੰ ਯਾਦ ਕਰ। ਚਿਤਾਰ ਦਾ ਅਰਥ ਚੇਤੇ ਕਰ ਉਹਨੂੰ, ਵਾਹਿਗੁਰੂ ਨੂੰ। ਅਵਰ ਤਿਆਗ, ਤਿਆਗ ਦੇ ਸਾਰਾ ਕੁਝ, ਛੱਡ ਦੇ ਸਾਰਾ ਕੁਝ। ਉਹਨੇ ਮਾੜਾ ਕਹਿ ਦਿੱਤਾ, ਉਹਨੇ ਚੰਗਾ ਕਹਿ ਦਿੱਤਾ, ਉਹ ਨਹੀਂ ਚੰਗਾ, ਇਹ ਨਹੀਂ ਚੰਗਾ, ਧਨ ਥੋੜਾ ਹੈ, ਮਾਇਆ ਥੋੜੀ ਹੈ, ਕੰਮ ਨਹੀਂ ਪੂਰੇ ਹੁੰਦੇ। ਮਹਾਰਾਜ ਕਹਿੰਦੇ ਸਾਰੇ ਚਿੰਤੇ ਝੋਰੇ ਤੇਰੇ ਕਰਮਾਂ ਕਰਕੇ ਆ। ਪਰ ਜੇ ਤੂੰ ਕਹਿਣਾ ਕਿ ਮੈਨੂੰ ਇਹ ਸਾਰਾ ਕੁਝ ਮੇਰੇ ਗਲੋਂ ਲੈ ਜਾਵੇ, ਤੇ ਤੂੰ ਇੰਜ ਕਰ, ਅਵਰ ਤਿਆਗ ਤੂੰ ਤਸੈ ਚਿਤਾਰ, ਉਸ ਪਰਮੇਸ਼ਰ ਨੂੰ ਯਾਦ ਕਰ, ਸਿਮਰ ਉਹਨੂੰ, ਚੇਤੇ 'ਚ ਲੈ ਕੇ ਆ, ਤਾਂ ਕਿ ਤੇਰੀ ਚਿੰਤਾ ਝੋਰੇ ਖਤਮ ਹੋ ਸਕਣ। ਜੋ ਕਿਛ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰ ਹੈ ਅਜਾਨ। ਮਾਰੇ ਕਹਿੰਦੇ ਆ ਜੋ ਵੀ ਕੁਛ ਕਰਦਾ ਹੈ ਪਰਮੇਸ਼ਰ ਵਾਹਿਗੁਰੂ, ਜੋ ਕਛ ਕਰੈ ਸੋਈ ਸੁਖ ਮਾਨ, ਉਹਨੂੰ ਸੁੱਖ ਕਰਕੇ ਮਾਣ, ਸੁੱਖ ਕਰਕੇ ਮੰਨ ਕੇ ਪਰਮੇਸ਼ਰ ਜੋ ਵੀ ਤੇਰਾ ਦਿੱਤਾ ਹੈ, ਚੰਗਾ ਹੈ ਮਾੜਾ ਹੈ, ਮਹਾਰਾਜ ਤੇ ਤੂੰ ਹੀ ਦਿੱਤਾ ਹੈ। ਮੇਰੇ ਕਰਮ ਮਾੜੇ ਸੀ, ਪਰਮੇਸ਼ਰ ਜੋ ਵੀ ਦਿੱਤਾ ਹੈ ਤੂੰ ਹੀ ਦਿੱਤਾ ਹੈ, ਚੱਲ ਇਹਨੂੰ ਵੀ ਮਹਾਰਾਜ ਕਹਿੰਦੇ ਸੁੱਖ ਕਰਕੇ ਮਾਣ। ਭੁੱਲਾ ਕਾਹੇ ਫਿਰੇ ਅਜਾਨ, ਕਿਉਂ ਤੂੰ ਭੁੱਲਿਆ ਫਿਰਦਾ। ਅਜਾਨ ਭਾਵ ਅਗਿਆਨੀ ਪੁਰਸ਼, ਅਗਿਆਨੀ ਮਨੁੱਖ, ਕਿਉਂ ਤੂੰ ਭੁੱਲਿਆ ਫਿਰਦਾ ਕਿ ਪਰਮੇਸ਼ਰ ਜਿਹੜਾ ਹੈ ਉਹੀ ਕਰਨ ਕਰਾਵਣਹਾਰ ਹੈ। ਤੂੰ ਕਿਉਂ ਭੁੱਲਿਆ ਫਿਰਦਾ। ਇਸ ਕਰਕੇ ਭੁੱਲ ਨਾ, ਉਸ ਪਰਮੇਸ਼ਰ ਨੂੰ ਸਿਮਰ ਕਰ, ਸਿਮਰ ਨਾ ਕਰ। ਜੋ ਕੁਛ ਕਰੇ ਸੋਈ ਸੁਖ ਮਾਨ, ਜੋ ਵੀ ਉਹਨੇ ਕੀਤਾ ਹੈ, ਜੋ ਕੁਛ ਤੈਨੂੰ ਦਿੱਤਾ ਹੈ, ਉਹਦੇ ਵਿੱਚ ਸੁਖ ਮਾਨ ਤੇ ਉਹਨੂੰ ਸਿਮਰ। ਕੌਣ ਬਸਤ ਆਈ ਤੇਰੇ ਸੰਗ, ਲਪਟ ਰਿਓ ਰਸ ਲੋਭੀ ਪਤੰਗ। ਤੇ ਇਹ ਯਾਦ ਰੱਖ ਕੇ ਤੇਰੇ ਨਾਲ ਕੋਈ ਵੀ ਵਸਤੂ ਨਹੀਂ ਸੀ ਆਈ। ਜੇ ਤੂੰ ਜਨਮ ਲਿਆ ਸੀ ਨਾ, ਤੂੰ ਨੰਗਾ ਸੰਸਾਰ ਤੇ ਆਇਆ ਸੀ। ਕੌਣ ਵਸਤ ਆਈ ਤੇਰੇ ਸੰਗ, ਕਿਹੜੀ ਵਸਤੂ ਤੇਰੇ ਨਾਲ ਆਈ ਸੀ ਭਾਈ। ਤੂੰ ਯਾਦ ਕਰ, ਜਦੋਂ ਤੂੰ ਜਨਮ ਲਿਆ ਸੀ ਤੇਰੇ ਨਾਲ ਕੋਈ ਵਸਤੂ ਆਈ ਸੀ, ਕੋਈ ਵਸਤੂ ਨਹੀਂ ਆਈ। ਮਾਰੇ ਕਹਿੰਦੇ ਕੌਣ ਵਸਤ ਆਈ ਤੇਰੇ ਸੰਗ, ਭਾਈ ਤੇਰੇ ਨਾਲ ਕਿਹੜੀ ਵਸਤੂ ਆਈ ਹੈ। ਲਪਟ ਰਿਓ ਰਸ ਲੋਭੀ ਪਤੰਗ, ਤੇ ਤੂੰ ਤਾਂ ਵੀ ਇਹਨਾਂ ਰਸਾਂ ਦੇ ਨਾਲ ਲਪਟਿਆ ਪਿਆ, ਲੋਭੀ ਹੋ ਕੇ।
ਮਹਾਰਾਜ ਕਹਿੰਦੇ ਪਤੰਗੇ ਵਾਂਗੂ। ਪਤੰਗਾ ਕੀ ਹੁੰਦਾ ਸਾਧ ਸੰਗਤ? ਜਿਹੜਾ ਪਤੰਗਾ ਹੁੰਦਾ ਨਾ ਉੜਦਾ ਹੋਇਆ, ਜਿੱਥੇ ਰੌਸ਼ਨੀ ਹੁੰਦੀ ਆ ਉਧਰ ਵੱਲ ਉੱਡਿਆ ਜਾਂਦਾ ਹੈ, ਤੇ ਉੜਦਾ ਉੜਦਾ ਕਿਸੇ ਦੀਵੇ ਦੇ ਉੱਤੇ, ਲਾਟ ਦੇ ਉੱਤੇ ਬਲ ਜਾਂਦਾ ਹੈ, ਉੱਤੇ ਸੜ ਕੇ ਮਰ ਜਾਂਦਾ ਹੈ। ਮਰ ਕਹਿੰਦੇ ਇਸੇ ਤਰ੍ਹਾਂ ਭਾਈ ਤੂੰ, ਤੇਰੇ ਨਾਲ ਤੇ ਕੋਈ ਚੀਜ਼ ਆਈ ਨਹੀਂ, ਪਰ ਤੂੰ ਪਤੰਗੇ ਦੇ ਵਾਂਗੂ ਉੱਡਦਾ ਹੋਇਆ ਇਹਨਾਂ ਰਸਾਂ ਦੇ ਵਿੱਚ ਲੋਭੀ ਹੋ ਕੇ ਲੱਗਾ ਹੋਇਆ ਹੈ, ਤੇ ਇਹ ਰਾਸੀ ਤੈਨੂੰ ਲੈ ਕੇ ਬਹਿ ਜਾਂਦੇ, ਇਸੇ ਦੇ ਵਿੱਚ ਹੀ ਤੂੰ ਆਪਣਾ ਜੀਵਨ ਖਤਮ ਕਰ ਲੈਂਦਾ। ਕੌਣ ਬਸਤ ਆਈ ਤੇਰੇ ਸੰਗ, ਲਪਟਰਿਓ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਕਰ ਜਾਹੇ। ਮਾਰੇ ਕਹਿੰਦੇ ਆ ਉਸ ਰਾਮ ਵਾਹਿਗੁਰੂ ਪਰਮੇਸ਼ਰ ਨੂੰ ਜਪ ਆਪਣੇ ਹਿਰਦੇ ਦੇ ਵਿੱਚ, ਨਾਨਕ ਪਤ ਸੇਤੀ ਕਰ ਜਾਹੇ। ਮਾਰੇ ਕਹਿੰਦੇ ਇੱਜ਼ਤ ਦੇ ਨਾਲ, ਸੇਤੀ ਭਾਵ ਇੱਜ਼ਤ ਦੇ ਨਾਲ ਉਸ ਪਰਮੇਸ਼ਰ ਦੇ ਸੱਚਖੰਡੀ ਰੂਪ ਘਰ ਦੇ ਵਿੱਚ ਜਾ, ਤੇਰੇ ਨਾਲ ਕੁਛ ਨਹੀਂ ਆਇਆ ਤੇ ਨਾਲ ਜਾਣਾ ਵੀ ਕੁਛ ਨਹੀਂ ਹੈ। ਆਪਣੀ ਪੱਤ ਸਵਾਰ ਕੇ ਇੱਜ਼ਤ ਦੇ ਨਾਲ ਉਸ ਪਰਮੇਸ਼ਰ ਦੇ ਘਰ 'ਚ ਜਾਣਾ ਕਰ, ਤਾਂ ਕਿ ਤੇਰਾ ਭਲਾ ਹੋ ਸਕੇ। ਹੋਰ ਕਿਸੇ ਤਰੀਕੇ ਨਾਲ ਤੇਰਾ ਜਿਹੜਾ ਹੈ ਉਹ ਭਲਾ ਨਹੀਂ ਹੋਣਾ। ਭਾਈ ਸਿੱਖਾ, ਪਰਮੇਸ਼ਰ ਦਾ ਨਾਮ ਸਿਮਰ ਤਾਂ ਕਿ ਤੇਰਾ ਕੁਛ ਭਲਾ ਹੋ ਸਕੇ। ਸੋ ਸਤਿਗੁਰਾਂ ਨੇ ਸਾਧ ਸੰਗਤ ਬਖਸ਼ਿਸ਼ ਕੀਤੀ ਹੈ। ਇਹ 4 ਪਦੇ ਆਪਾਂ ਇਸ ਅਸ਼ਟਪਦੀ ਦੇ ਵਿਚਾਰੇ ਆ, ਤੇ ਜਿੱਥੇ ਆਪਾਂ ਇਹ 4 ਪਦੇ ਵਿਚਾਰੇ ਆ ਉੱਥੇ ਸਾਧ ਸੰਗਤ ਅੱਜ ਸਮਾਂ ਹੈ, ਬੜਾ ਮਹਾਨ ਦਿਨ ਹੈ ਅੱਜ। ਸ਼ਹੀਦ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ, ਉਹਨਾਂ ਦਾ ਸਾਧ ਸੰਗਤ ਅੱਜ ਜਿਹੜਾ ਹੈ ਜਨਮ ਦਿਹਾੜਾ ਹੈ, ਤੇ ਇਹ ਉਹਨਾਂ ਦਾ 300ਵਾਂ ਜਨਮ ਦਿਹਾੜਾ ਹੈ। 300 ਸਾਲਾ ਸਿੱਖ ਪੰਥ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ। ਅੱਜ ਉਹਨਾਂ ਦਾ 300 ਸਾਲਾ ਜਿਹੜਾ ਹੈ ਨਾ ਜਨਮ ਦਿਵਸ ਪੁਰਬ ਹੈ ਭਾਈ ਤਾਰੂ ਸਿੰਘ ਜੀ ਦਾ। ਉਹਨਾਂ ਦੇ ਜੀਵਨ ਦੇ ਬਾਰੇ ਆਪਾਂ ਕੁਝ ਕੁ ਵਿਚਾਰਾਂ ਕਰਨੀਆਂ, ਤੇ ਸੰਖੇਪ ਦੇ ਨਾਲ ਹੀ ਆਪਾਂ ਲਵਾਂਗੇ, ਕਿਉਂਕਿ ਪਿਛਲੇ ਦਿਨਾਂ ਦੇ ਅੰਦਰ ਜਦੋਂ ਆਪਾਂ ਇਹ ਕਲਾਸਾਂ ਦੀ ਆਰੰਭਤਾ ਕੀਤੀ ਸੀ, ਉਸ ਸਮੇਂ ਆਪਾਂ ਵਿਸਥਾਰ ਦੇ ਨਾਲ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਜੀਵਨ ਹੈ ਉਹ ਵਿਚਾਰਿਆ ਸੀ ਸਾਧ ਸੰਗਤ। ਤੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਉਹ ਕਲਾਸ ਨਹੀਂ ਸੁਣੀ, ਤੇ ਉਹ YouTube ਦੇ ਉੱਪਰ ਅਪਲੋਡ ਹੈ, ਤੇ ਤੁਸੀਂ ਉਹਨੂੰ ਸੁਣ ਸਕਦੇ ਹੋ। ਉਹ ਮੇਬੀ 16 ਤਰੀਕ ਦੀ ਉਹ ਜਿਹੜੀ ਕਲਾਸ ਹੋਏਗੀ, ਸਾਉਣ ਮਹੀਨੇ ਦੇ ਵਿੱਚ ਆਪਾਂ ਉਹਨਾਂ ਦਾ ਇਹ ਜੀਵਨ, ਜਦੋਂ ਸੰਗਰਾਂਦ ਸੀ ਉਸ ਸਮੇਂ ਜੁਲਾਈ ਮਹੀਨੇ ਦੀ 16 ਦੀ, ਤੇ ਉਸ ਦਿਨ ਦੀ ਇਹ ਕਲਾਸ ਜਿਹੜੀ ਆਪਾਂ YouTube ਦੇ ਉੱਪਰ ਅਪਲੋਡ ਕੀਤੀ ਹੋਈ ਹੈ, ਤੇ ਤੁਸੀਂ ਉਹ ਜਿਹੜੀ ਹੈ ਉਹਨੂੰ ਕਲਾਸ ਨੂੰ ਤੁਸੀਂ ਸਰਵਣ ਕਰ ਸਕਦੇ ਹੋ। ਸੋ ਅੱਜ ਉਹਨਾਂ ਦਾ ਜਿਹੜਾ ਹੈ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਹਾੜਾ ਹੈ ਸਾਧ ਸੰਗਤ, ਉਹਨਾਂ ਦੇ ਬਾਰੇ ਆਪਾਂ ਜਿਹੜੀ ਗੱਲਬਾਤ ਅੱਜ ਕਰਨੀ ਹੈ। ਸੋ ਸਤਿਗੁਰੂ ਕਿਰਪਾ ਕਰਨ, ਕੀ ਉਹਨਾਂ ਦਾ ਜੀਵਨ ਹੈ, ਆਓ ਆਪਾਂ ਵਿਚਾਰਨ ਦਾ ਸਾਧ ਸੰਗਤ ਯਤਨ ਕਰਦੇ ਹਾਂ। ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦਾ ਜਨਮ ਸਾਧ ਸੰਗਤ ਹੋਇਆ ਹੈ ਪੂਲੇ ਪਿੰਡ, ਇਹ ਪੂਲਾ ਪਿੰਡ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਸਥਾਪਿਤ ਹੈ। ਇੱਥੇ ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ ਹੈ। ਇਹਨਾਂ ਦੇ ਪਿਤਾ ਜੀ ਦਾ ਨਾਮ ਜੋਧ ਸਿੰਘ ਹੈ, ਤੇ ਮਾਤਾ ਦਾ ਨਾਮ ਧਰਮ ਕੌਰ, ਤੇ ਪਿਤਾ ਦਾ ਨਾਮ ਜੋਧ ਸਿੰਘ ਹੈ, ਤੇ ਪਿਤਾ ਇਹਨਾਂ ਦੇ ਜਿਹੜੇ ਹਨ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਵੱਲੋਂ ਮੁਹਿੰਮ ਤੋਰੀ, ਉਸ ਸਮੇਂ ਜਿਹੜਾ ਹੈ ਇਹਨਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਇਹ ਰਹੇ। ਉਸ ਸਮੇਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਇਹਨਾਂ ਜੰਗਾਂ ਕੀਤੀਆਂ, ਉਸ ਸਮੇਂ ਇਹਨਾਂ ਦੀ ਸ਼ਹਾਦਤ ਹੋਈ ਹੈ। ਪਰਿਵਾਰ ਦੇ ਵਿੱਚ ਬੜਾ ਚੰਗਾ ਮਾਹੌਲ ਹੈ। ਪਰਿਵਾਰ ਦੇ ਵਿੱਚ ਮਾਂ ਜਿਹੜੀ ਹੈ ਉਹ ਧਰਮੀ ਮਾਂ ਹੈ, ਜੋ ਅੱਜ ਵੀ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਸਾਡੇ ਪਰਿਵਾਰਾਂ ਦੇ ਵਿੱਚ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਰਿਵਾਰਾਂ ਦੇ ਵਿੱਚ ਵੀ ਧਰਮ ਆਵੇ, ਤੇ ਉਸ ਤੋਂ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਸਾਡੀਆਂ ਜਿਹੜੀਆਂ ਮਾਵਾਂ ਹੈ ਉਹ ਧਰਮੀ ਹੋਣ, ਕਿਉਂਕਿ ਜੇ ਮਾਵਾਂ ਧਰਮੀ ਹੋਣਗੀਆਂ ਤਾਂ ਹੀ ਪੁੱਤਰ ਜਿਹੜਾ ਧਰਮੀ ਹੋ ਸਕਦਾ ਹੈ, ਧੀ ਜਿਹੜੀ ਉਹ ਧਰਮੀ ਹੋ ਸਕਦੀ ਹੈ। ਤੇ ਜੇ ਮਾਂ ਧਰਮੀ ਨਹੀਂ ਹੈ, ਮਾਂ ਜਿਹੜੀ ਧਰਮੀ ਨਹੀਂ ਹੈ, ਤੇ ਉਹ ਆਪਣੇ ਧੀਆਂ ਪੁੱਤਰਾਂ ਨੂੰ ਧਰਮੀ ਨਹੀਂ ਬਣਾ ਸਕਦੀ, ਉਹਨਾਂ ਨੂੰ ਵੀ ਸਿੱਖੀ ਦਾ ਗੁਣ ਨਹੀਂ ਦੇ ਸਕਦੀ। ਇਸ ਕਰਕੇ ਇਹ ਬੜੀ ਵੱਡੀ ਜ਼ਰੂਰਤ ਹੈ। ਤੇ ਇਸੇ ਤਰ੍ਹਾਂ ਭਾਈ ਤਾਰੂ ਸਿੰਘ ਜੀ ਦੇ ਅੰਦਰ ਵੀ ਇਹ ਮਹਾਨਤਾ ਸੀ। ਉਹਨਾਂ ਨੇ ਜੋ ਧਰਮ ਦਾ ਗਿਆਨ ਪ੍ਰਾਪਤ ਕੀਤਾ ਆਪਣੀ ਮਾਤਾ ਜੀ ਕੋਲੋਂ ਹੀ, ਬਚਪਨ ਤੋਂ ਹੀ ਸਿੱਖੀ ਲਗਨ ਸੀ। ਮਾਤਾ ਜੀ ਨੇ, ਪਿਤਾ ਜੀ ਨੇ ਬੜੇ ਪਿਆਰ ਦੇ ਨਾਲ ਪਰਵਰਿਸ਼ ਕੀਤੀ ਹੈ, ਗੁਰਬਾਣੀ ਦੀ ਸੰਥਿਆ ਕਰਵਾਈ ਹੈ। ਇਹਨਾਂ ਦੀ ਮਾਤਾ ਧਰਮ ਕੌਰ ਜੀ ਆਪ ਚਾਟੀ ਦੇ ਮਧਾਣੀ ਪਾ ਕੇ ਤੇ ਆਪਣੇ ਦੋਵਾਂ ਧੀਆਂ ਪੁੱਤਰਾਂ ਨੂੰ, ਦੋਵਾਂ ਜਾਣਿਆਂ ਨੂੰ ਕਹਿੰਦੇ ਕਿ ਪੁੱਤਰ ਧੀਓ ਤੁਸੀਂ ਦੋਵੇਂ ਜਾਣੇ ਮੈਨੂੰ ਜਿਹੜਾ ਪਾਠ ਸੁਣਾਓ, ਗੁਰਬਾਣੀ ਸੁਣਾਓ। ਉੱਥੇ ਬੈਠ ਕੇ ਮਾਤਾ ਨਾਲੇ ਤੇ ਦੁੱਧ ਰਿੜਕਦੀ ਹੈ, ਤੇ ਨਾਲੇ ਆਪਣਿਆਂ ਪੁੱਤ ਤੇ ਧੀ ਦੇ ਕੋਲੋਂ, ਭੈਣ ਦਾ ਨਾਮ ਸੀ ਤਾਰ ਕੌਰ, ਇਹਨਾਂ ਦੇ ਕੋਲੋਂ ਜਿਹੜਾ ਹੈ ਉਹ ਸੁਣਦੀ ਹੈ।
ਸਾਰੀ ਗੁਰਬਾਣੀ ਸਹਿਜ ਪਾਠ ਪੋਥੀ ਖੋਲ੍ਹ ਕੇ ਪੜ੍ਹਦੇ ਨੇ ਦੋਵੇਂ ਭੈਣ ਭਰਾ, ਅਤੇ ਮਾਤਾ ਸੁਣਦੀ ਹੈ। ਸਿੱਖੀ ਲੱਗਣ ਬੜੀ ਪ੍ਰਪੱਕ ਹੈ ਇਹਨਾਂ ਦੇ ਅੰਦਰ, ਬੜੇ ਪਿਆਰ ਦੇ ਨਾਲ ਬਾਣੀ ਜਪਦੇ ਆ। ਸੋ ਇਸੇ ਤਰ੍ਹਾਂ ਇਹਨਾਂ ਦਾ ਜੀਵਨ ਬਤੀਤ ਹੁੰਦਾ ਹੈ। ਸਤਿਗੁਰਾਂ ਦੀ ਦਇਆ ਸਦਕਾ ਫਿਰ ਇਹਨਾਂ ਦੇ ਅੰਦਰ ਇੰਨੇ ਗੁਣ ਸਨ ਸਾਧ ਸੰਗਤ, ਕਿ ਇਹਨਾਂ ਨੂੰ ਪਿਆਰ ਕਰਨ ਵਾਲੇ ਵੀ ਇਹਨਾਂ ਦੇ ਪਿੰਡ ਦੇ ਸਾਰੇ ਜਿੰਨੇ ਵੀ ਪਤਵੰਤੇ ਸੱਜਣ ਸਨ ਉਹ ਬੜਾ ਪਿਆਰ ਕਰਦੇ ਸਨ, ਆਪਣਾ ਹੀ ਪੁੱਤਰ ਸਮਝਦੇ ਸਨ। ਭਾਵੇਂ ਉਹ ਸਿੱਖ ਵਾਹਿਗੁਰੂ, ਭਾਵੇਂ ਪਿੰਡ ਦੇ ਰਹਿਣ ਵਾਲੇ ਹਿੰਦੂ ਸਨ, ਭਾਵੇਂ ਪਿੰਡ ਦੇ ਰਹਿਣ ਵਾਲੇ ਮੁਸਲਮਾਨ ਸਨ, ਆਪਣਾ ਪੁੱਤਰ ਸਮਝ ਕੇ ਭਾਈ ਤਾਰੂ ਸਿੰਘ ਜੀ ਨਾਲ ਪਿਆਰ ਕਰਦੇ ਸਨ। ਇੰਨਾ ਪਿਆਰ ਇਹਨਾਂ ਨੂੰ ਪਿੰਡ ਵਿੱਚ ਮਿਲਦਾ ਸੀ। ਜਿੱਥੇ ਪਿਆਰ ਕਰਨ ਵਾਲੇ ਹੁੰਦੇ ਆ ਸਾਧ ਸੰਗਤ, ਉੱਥੇ ਹੀ ਨਾਲ ਲੱਗਣ ਵਾਲੇ ਵੀ ਹੁੰਦੇ ਆ। ਜਿਹਨੇ ਮਨੁੱਖ ਧਰਮ ਤੋਂ ਆਕੀ ਹੁੰਦੇ ਆ, ਭਾਵੇਂ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾਇਆ ਜਾਵੇ, ਉਹਨਾਂ ਦਾ ਕੰਮ ਹੀ ਹੁੰਦਾ ਹੈ ਕਿ ਉਹਨਾਂ ਨੇ ਧਰਮ ਤੋਂ ਆਕੀ ਰਹਿ ਕੇ ਹੀ ਸਾਰੇ ਕਾਰਜ ਕਰਨੇ ਹੁੰਦੇ ਆ। ਇਸੇ ਤਰ੍ਹਾਂ ਇਹਨਾਂ ਦੇ ਸਮੇਂ ਵੀ ਜਿਹੜਾ ਹਰਭਗਤ ਨਰਿੰਜਣੀਆ ਸੀ, ਉਹਨੇ ਜਾ ਕੇ ਤੇ ਸ਼ਿਕਾਇਤ ਲਾਈ ਹੈ। ਕੀ ਸ਼ਿਕਾਇਤ ਹੈ? ਕਿ ਭਾਈ ਤਾਰੂ ਸਿੰਘ ਜਿਹੜਾ ਹੈ ਉਹ ਜੰਗਲ ਵਿੱਚ ਜਾ ਕੇ ਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ ਹੈ। ਜਿਹੜੇ ਸਿੱਖ ਉਸ ਸਮੇਂ ਦੀ 17ਵੀਂ ਸਮੇਂ ਦੀ ਸਦੀ ਦੇ ਵਿੱਚ ਸਾਧ ਸੰਗਤ, ਇਸ 18ਵੀਂ ਸਦੀ ਦੇ ਵਿੱਚ ਸਿੱਖ ਜਿਹੜੇ ਸੀ ਉਹ ਜੰਗਲਾਂ 'ਚ ਰਹਿਣਾ ਸ਼ੁਰੂ ਕਰ ਦਿੱਤਾ ਜਦੋਂ ਹਾਲਾਤ ਐਸੇ ਬਣੇ। ਕਹਿੰਦਾ ਜੀ ਉਹਨਾਂ ਨੂੰ ਪ੍ਰਸ਼ਾਦਾ ਸਿਖਾਉਂਦਾ ਤਾਰੂ ਸਿੰਘ, ਤੇ ਨਾਲ ਹੀ ਇਹ ਵੀ ਲਾਇਆ ਇਲਜ਼ਾਮ ਕਿ ਜਿਹੜਾ ਪੱਟੀ ਦਾ ਹਾਕਮ ਹੈ ਉਹਦੇ ਤੇ ਹਮਲਾ ਹੋਇਆ ਸੀ ਪਿਛਲੇ ਦਿਨਾਂ ਦੇ ਅੰਦਰ, ਕਿਉਂਕਿ ਇਹਨੇ ਪੱਟੀ ਦੇ ਹਾਕਮ ਨੇ ਇੱਕ ਮੁਸਲਮਾਨ ਦੀ ਬੱਚੀ ਨੂੰ ਚੁੱਕ ਲਿਆ ਸੀ, ਤੇ ਉਹ ਇਹ ਵੀ ਜਾ ਕੇ ਇਲਜ਼ਾਮ ਲਾਇਆ ਕਿ ਉਸ ਬੱਚੀ ਨੂੰ ਛੁਡਾਉਣ ਦੇ ਵਿੱਚ ਜਿਹੜਾ ਹੱਥ ਹੈ ਭਾਈ ਤਾਰੂ ਸਿੰਘ ਦਾ ਹੈ। ਤੇ ਜਦੋਂ ਇਸ ਗੱਲ ਦਾ ਪਤਾ ਲੱਗਾ, ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰੀ ਵਾਸਤੇ ਭੇਜ ਦਿੱਤਾ ਹੈ। ਜਦੋਂ ਗ੍ਰਿਫਤਾਰ ਹੋਏ, ਜ਼ਕਰੀਆ ਖਾਨ ਨੇ ਭੇਜੀ ਹੈ ਫੌਜ, ਗ੍ਰਿਫਤਾਰ ਕੀਤਾ ਗਿਆ ਹੈ ਪਿੰਡ ਦੇ ਵਿੱਚੋਂ। ਪਿੰਡ ਵਾਸੀ ਕਹਿੰਦੇ ਆ ਕਿ ਨਹੀਂ, ਅਸੀਂ ਨਹੀਂ ਜਾਣ ਦੇਣਾ, ਤੁਸੀਂ ਜੋ ਮਰਜ਼ੀ ਕਰ ਲਓ। ਦੋਵਾਂ ਭੈਣਾਂ ਭਰਾਵਾਂ ਨੂੰ ਪਹਿਲਾਂ ਜਿਹੜਾ ਬੰਦੀ ਬਣਾਇਆ ਗਿਆ, ਤੇ ਫਿਰ ਕਰਾ ਕੇ ਤੇ ਭਾਈ ਤਾਰੂ ਸਿੰਘ ਨੇ ਸਮਝਾਇਆ ਸਰਪੰਚ ਨੂੰ ਕਿ ਸਰਪੰਚ ਜੀ ਤੁਸੀਂ ਬੜਾ ਪਿਆਰ ਦਿੱਤਾ ਸਾਡੇ ਪਰਿਵਾਰ ਨੂੰ, ਸਾਨੂੰ ਸਾਰਿਆਂ ਨੂੰ, ਪਰ ਗੱਲ ਇਹ ਆ ਕਿ ਹੁਣ ਸਾਨੂੰ ਜਿਹੜਾ ਹੈ ਨਾ, ਮੈਨੂੰ ਜਾਣ ਦਿਓ, ਮੇਰਾ ਜਾਣਾ ਹੀ ਬਣਦਾ ਹੈ, ਕਿਉਂਕਿ ਜੇ ਤੁਸੀਂ ਕੁਝ ਕਰਨਾ ਹੈ ਤੇ ਮੇਰੀ ਭੈਣ ਤਾਰ ਕੌਰ ਨੂੰ ਛੁਡਵਾ ਲਓ। ਤੇ ਫਿਰ ਸਰਪੰਚ ਨੇ ਰਾਏ ਕੀਤੀ ਆ ਕਿ ਜਿਹੜੇ ਸਿਪਾਹੀ ਆਏ ਸਨ ਕਿ ਤੁਸੀਂ ਬੇਸ਼ੱਕ ਭਾਈ ਤਾਰੂ ਸਿੰਘ ਨੂੰ ਲੈ ਜਾਓ, ਪਰ ਭੈਣ ਤਾਰ ਕੌਰ ਨੂੰ ਅਸੀਂ ਨਹੀਂ ਜਾਣ ਦੇਣਾ, ਕਿਉਂਕਿ ਇਹ ਭੈਣ ਸਾਡੇ ਕੋਲ ਪਲੀ ਹੈ ਤੇ ਸਾਡੇ ਪਿੰਡ ਦੀ ਇੱਜ਼ਤ ਹੈ, ਸਾਡੇ ਪਿੰਡ ਦੀ ਭੈਣ, ਇਹਨੂੰ ਨਹੀਂ ਅਸੀਂ ਜਾਣ ਦੇਣਾ। ਭੈਣ ਤਾਰ ਕੌਰ ਨੂੰ ਛੱਡ ਦਿੱਤਾ ਗਿਆ ਹੈ। ਫਿਰ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਜਿਹੜੇ ਆ ਇਹਨਾਂ ਨੂੰ ਲਿਜਾਇਆ ਗਿਆ। ਰਸਤੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਸਟੇ ਕੀਤਾ, ਰੁਕੇ ਹਨ ਇਹ ਸਿਪਾਹੀ ਭਾਈ ਤਾਰੂ ਸਿੰਘ ਨੂੰ ਲੈ ਕੇ। ਉਸ ਪਿੰਡ ਦੇ ਵਿੱਚ ਵੀ ਭਾਈ ਤਾਰੂ ਸਿੰਘ ਦਾ ਬੜਾ ਗੁਣਗਾਨ ਹੈ, ਬੜੇ ਇਹਨਾਂ ਦੀ ਸਾਰੇ ਥਾਂ ਚਰਚਾ ਹੈ ਕਿ ਬੜੇ ਭਲੇ ਮਨੁੱਖ ਹਨ। ਉਸ ਪਿੰਡ ਦੇ ਸਿੱਖ ਅਤੇ ਹੋਰ ਜਿਹੜੇ ਭਾਈ ਤਾਰੂ ਸਿੰਘ ਦਾ ਮਾਣ ਸਤਿਕਾਰ ਕਰਨ ਵਾਲੇ ਸਨ, ਉਹਨਾਂ ਨੇ ਰਾਏ ਕੀਤੀ ਹੈ ਕਿ ਭਾਈ ਤਾਰੂ ਸਿੰਘ ਨੂੰ ਰਾਤ ਹੀ ਛੁਡਵਾ ਲਿਆ ਜਾਏ। ਇੱਕ ਜਣਾ ਜਾ ਕੇ ਪਹਿਲਾਂ ਕਹਿੰਦਾ ਕਿ ਭਾਈ ਤਾਰੂ ਸਿੰਘ ਜੀ ਨਾਲ ਸਲਾਹ ਕਰ ਲਈ ਜਾਏ। ਜਾ ਕੇ ਭਾਈ ਤਾਰੂ ਸਿੰਘ ਨੂੰ ਪੁੱਛਿਆ ਹੈ, ਤੇ ਭਾਈ ਤਾਰੂ ਸਿੰਘ ਕਹਿੰਦੇ ਆ ਕਿ ਨਹੀਂ ਭਾਈ, ਹੁਣ ਜੇ ਤੁਸੀਂ ਮੈਨੂੰ ਛੁਡਵਾਇਆ ਤੇ ਫਿਰ ਤੁਹਾਡਾ ਜਿਹੜਾ ਇੰਜਾਮ ਮਾੜਾ ਹੋਏਗਾ, ਇਸ ਕਰਕੇ ਤੁਸੀਂ ਜਿਹੜਾ ਮੈਨੂੰ ਨਾ ਛੁਡਵਾਓ ਤੇ ਤੁਸੀਂ ਚਲੇ ਜਾਓ, ਕੋਈ ਗੱਲ ਨਹੀਂ, ਇਹ ਜੋ ਹੋਏਗਾ ਪਰਮੇਸ਼ਰ ਦਾ ਭਾਣਾ ਹੈ। ਅਗਲੇ ਦਿਨ ਕਚਹਿਰੀ 'ਚ ਪੇਸ਼ ਕੀਤਾ ਗਿਆ ਜ਼ਕਰੀਆ ਖਾਨ ਦੀ। ਜ਼ਕਰੀਆ ਖਾਨ ਨੇ ਕਿਹਾ ਕਿ ਸਿੱਖਾ ਬੁਲਾ, ਹੁਣ ਤੇਰਾ ਗੁਰੂ ਕਿੱਥੇ ਆ? ਬੜੇ ਇਲਜ਼ਾਮ ਲਾਏ, ਤੂੰ ਪੱਟੀ ਦੇ ਹਾਕਮ ਨੂੰ ਜਿਹੜਾ ਕਤਲ ਕੀਤਾ ਹੈ, ਉਹਦੇ ਕੋਲ ਦੇ ਜਾ ਕੇ ਹਮਲਾ ਕੀਤਾ ਹੈ, ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ, ਬੜੇ ਇਲਜ਼ਾਮ ਲਾਏ। ਭਾਈ ਤਾਰੂ ਸਿੰਘ ਨੇ ਕਿਹਾ ਹਾਂ ਮੈਂ ਕੀਤਾ ਹੈ, ਸਾਰਾ ਕੁਝ ਮੰਨਦਾ ਹੈ। ਤੇ ਫਿਰ ਕਹਿੰਦਾ ਕਿ ਚੱਲ ਫਿਰ ਇਸਲਾਮ ਕਬੂਲ ਕਰ। ਭਾਈ ਤਾਰੂ ਸਿੰਘ ਕਹਿੰਦੇ ਕਿ ਨਹੀਂ, ਸਿੱਖੀ ਜਿਹੜੀ ਆ ਉਹ ਇਸਲਾਮ ਨਹੀਂ ਕਬੂਲ ਕਰਦੀ, ਅਸੀਂ ਇਸਲਾਮ ਨਹੀਂ ਕਬੂਲ ਕਰ ਸਕਦੇ, ਕਿਉਂਕਿ ਸਾਡੇ ਗੁਰੂ ਦਾ ਹੁਕਮ ਹੈ ਕਿ ਅਸੀਂ ਸਿੱਖੀ ਧਰਮ ਜਿਹੜਾ ਬਣਾਇਆ। ਤੇ ਜ਼ਕਰੀਆ ਖਾਨ ਨੇ ਪੈਂਦੇ ਲੈਂਦੇ ਨੇ ਕਿਹਾ ਕਿ ਸਿੱਖੀ ਬੜਾ ਸਿੱਖੀ ਕਰਦਾ ਹੈ, ਤੇ ਤੈਨੂੰ ਜਿਹੜਾ ਹੈ ਨਾ, ਤੈਨੂੰ ਸਿੱਖੀ ਨਾਲ ਬੜਾ ਪਿਆਰ ਹੈ, ਵੇਖੀ ਸਹੀ ਤੇਰੇ ਮੈਂ ਕਿੱਦਾਂ ਇਹ ਕੇਸ ਜਿਹੜੇ ਆ ਇਹਨਾਂ ਦੇ ਵਿੱਚ ਬੜੇ ਬੇਅਦਬੀ ਭਰੇ ਬਚਨ ਬੋਲੇ ਕਿ ਵੇਖੀ ਤੇਰੇ ਮੈਂ ਸਿੱਖਾਂ ਨੂੰ ਕਿਵੇਂ ਰੋਲਦਾ, ਕੇਸਾਂ ਨੂੰ ਕਿਵੇਂ ਪੈਰਾਂ 'ਚ ਰੋਲਦਾ। ਜਦੋਂ ਇਹ ਬੇਅਦਬੀ ਭਰੇ ਬਚਨ ਸੁਣੇ ਆ, ਸਿੱਖ ਆਪਣੀ ਬੇਅਦਬੀ ਤੇ ਜਾ ਸਕਦਾ, ਪਰ ਗੁਰੂ ਕੀ ਮੋਹਰ ਹੁੰਦੀ ਹੈ ਸਿੱਖ ਦੇ ਕੇਸ, ਪਰ ਕੇਸਾਂ ਦੀ ਬੇਅਦਬੀ ਨਹੀਂ ਜਾ ਸਕਦਾ ਸਿੱਖ। ਇੰਨੀ ਗੱਲ ਜਦੋਂ ਕਹੀ ਆ, ਰੋਹ ਵਿੱਚ ਆਣ ਕੇ ਭਾਈ ਤਾਰੂ ਸਿੰਘ ਨੇ ਬਚਨ ਕਿਹਾ ਕਿ ਭਾਈ ਤੂੰ ਇੱਕ ਸਿੱਖ ਦੇ ਕੇਸ ਪੈਰਾਂ 'ਚ ਰੋਲਣ ਦੀ ਗੱਲ ਕਰਦਾ, ਤੈਨੂੰ ਮੈਂ ਕਹਿੰਦਾ ਕਿ ਮੈਂ ਤੈਨੂੰ ਜਿਹੜਾ ਜੁੱਤੀ ਦੇ ਅੱਗੇ ਲਾ ਕੇ ਲੈ ਕੇ ਜਾਊਂਗਾ। ਇਹ ਬਚਨ ਕਰ ਦਿੱਤਾ ਹੈ। ਫਿਰ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਨੂੰ ਪਹਿਲਾਂ ਚਰਖੜੀ 'ਤੇ ਚੜ੍ਹਾਇਆ ਗਿਆ। ਫਿਰ ਉਸ ਤੋਂ ਬਾਅਦ ਮੈਂ ਸੰਖੇਪ ਇਤਿਹਾਸ ਲੈ ਕੇ ਚੱਲਾਂ। ਫਿਰ ਉਸ ਤੋਂ ਬਾਅਦ ਇਹਨਾਂ ਦਾ ਖੋਪੜ ਉਤਾਰ ਕਰਕੇ ਤੇ ਇਹਨਾਂ ਨੂੰ ਖਾਈ 'ਚ ਸੁੱਟ ਦਿੱਤਾ। ਲਾਹੌਰ ਦਿਆਂ ਸਿੱਖਾਂ ਨੇ ਇਹਨਾਂ ਨੂੰ ਚੁੱਕਿਆ ਉੱਥੋਂ, ਤੇ ਇੱਕ ਧਰਮਸ਼ਾਲਾ 'ਚ ਲੈ ਕੇ ਪੱਟੀ ਕੀਤੀ ਹੈ।
पर भाई साहब के सवास चलते हैं, बोलते किसी नाल नहीं, बाणी पढ़ी जाते हैं, सिमरन करी जाते हैं। फिर इस तो बाद इधर जकरिया खान का पेशाब बंद होया है, तो फिर उस तो बाद उन्हें क्या पेशाब नहीं आता, तो भाई सुबेग सिंह ने कहा कि तुसीं भाई तारू सिंह नाल गल करो। भाई तारू सिंह नाल गल की है, भाई तारू सिंह ने कहा मैं नहीं कुछ कर सकता, खालसे तक पहुँच करो। ਜਦੋਂ ਖਾਲਸੇ ਤੱਕ ਪਹੁੰਚ ਕੀਤੀ ਗਈ ਹੈ, ਜਿਨ੍ਹਾਂ ਨੂੰ ਭਾਈ ਸਾਹਿਬ ਪ੍ਰਸ਼ਾਦਾ ਛਕਾਉਂਦੇ ਸਨ, ਦਲ ਖਾਲਸੇ ਤੱਕ ਪਹੁੰਚ ਕੀਤੀ ਗਈ। ਨਵਾਬ ਕਪੂਰ ਸਿੰਘ ਉਹਨਾਂ ਨੇ ਕਿਹਾ ਕਿ ਭਾਈ ਤਾਰੂ ਸਿੰਘ ਬਚਨ ਦੇ ਬਲੀ ਹਨ। ਉਹਨਾਂ ਨੇ ਜੇ ਕਹਿ ਦਿੱਤਾ ਕਿ ਜ਼ਕਰੀਆ ਖਾਨ ਸਾਡੀ ਜੁੱਤੀ ਦੇ ਅੱਗੇ ਲਾ ਕੇ ਲੈ ਕੇ ਜਾਵਾਂਗੇ, ਤੇ ਇਹ ਤਾਂ ਫਿਰ ਲੈ ਕੇ ਹੀ ਜਾਣਗੇ। ਇਸ ਕਰਕੇ ਹੁਣ ਭਾਈ ਤਾਰੂ ਸਿੰਘ ਦੀ ਜੁੱਤੀ ਲੈ ਜਾਓ, ਉਹਦੇ ਸਿਰ 'ਚ ਮਾਰ ਕੇ ਮਾਰੋ, ਕੀ ਪਤਾ ਕੁਛ ਫਰਕ ਪਵੇ। ਫਿਰ ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਆ ਖਾਨ ਦੇ ਸਿਰ 'ਚ ਮਾਰੀ ਗਈ ਹੈ, ਤੇ ਜ਼ਕਰੀਆ ਖਾਨ ਦਾ ਬੰਨ ਖੁੱਲ੍ਹਦਾ ਪਿਸ਼ਾਬ ਦਾ। ਇਸੇ ਤਰ੍ਹਾਂ ਜੁੱਤੀਆਂ ਖਾ ਖਾ ਕੇ ਇਹਦੀ ਮੌਤ ਹੋ ਗਈ ਹੈ। ਤੇ ਫਿਰ ਭਾਈ ਤਾਰੂ ਸਿੰਘ ਨੇ ਜਦੋਂ ਸਿੱਖ ਆ ਕੇ ਦੱਸਦੇ ਕਿ ਭਾਈ ਤਾਰੂ ਸਿੰਘ ਜੀ ਮੌਤ ਹੋ ਗਈ ਹੈ ਜ਼ਕਰੀਆ ਖਾਨ ਦੀ, ਫਿਰ ਭਾਈ ਤਾਰੂ ਸਿੰਘ ਜੀ ਉਸ ਸਮੇਂ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਆਪਣਾ ਸਰੀਰ ਤਿਆਗਦੇ ਆ। ਇਸ ਤਰ੍ਹਾਂ ਸਾਧ ਸੰਗਤ ਇਹ ਇੱਕ 27 ਕੁ ਸਾਲਾਂ ਦੇ ਨੌਜਵਾਨ ਸਨ ਭਾਈ ਤਾਰੂ ਸਿੰਘ ਜੀ। ਸੋ ਇਹਨਾਂ ਦਾ 1720 ਦੇ ਵਿੱਚ ਜਨਮ ਹੋਇਆ ਪੂਲੇ ਪਿੰਡ ਦੇ ਵਿੱਚ, ਤੇ 9 ਅਕਤੂਬਰ 2020 ਅੱਜ ਦੇ ਦਿਨ ਜਿਹੜਾ ਹੈ ਨਾ, ਇਹ ਇਹਨਾਂ ਦਾ ਜਿਹੜਾ ਜਨਮ ਦਿਵਸ ਜਿਹੜਾ 300ਵਾਂ ਜਿਹੜਾ ਇਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਬੜੇ ਵੱਡੇ ਪੱਧਰ ਦੇ ਉੱਤੇ ਸਿੱਖ ਧਰਮ ਦੇ ਵਿੱਚ। ਸੋ ਮੈਂ ਵੀ ਇੱਕ ਖਾਸ ਤੌਰ 'ਤੇ ਬੇਨਤੀ ਕਰਾਂ ਕਿ ਉਹਨਾਂ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਬਹੁਤ ਵੱਡੀ ਮਿਲਦੀ ਕਿ ਸਿੱਖ ਨੂੰ ਆਪਣੇ ਕੇਸਾਂ ਦੇ ਨਾਲ ਬੜਾ ਪਿਆਰ ਹੋਣਾ ਚਾਹੀਦਾ ਹੈ। ਇਸ ਕਰਕੇ ਜਿੰਨੇ ਵੀ ਅਸੀਂ ਨੌਜਵਾਨ ਭੈਣਾਂ ਵੀਰ ਜਿੰਨੇ ਵੀ ਹਨ, ਭਾਵੇਂ ਉਹ ਪਤਿਤ ਹਨ, ਤੇ ਜੇ ਨਹੀਂ ਵੀ ਪਤਿਤ ਤੇ ਤਾਂ ਵੀ ਉਹਨਾਂ ਨੂੰ ਆਪਣੇ ਕੇਸਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਜਿਹੜੇ ਪਤਿਤ ਹਨ ਉਹਨਾਂ ਨੂੰ ਆਪਣੇ ਕੇਸ ਜਿਹੜੇ ਉਹ ਮੁੜ ਜਿਹੜੇ ਆ ਉਹ ਕੋਸ਼ਿਸ਼ ਕਰਨੀ ਚਾਹੀਦੀ ਕਿ ਆਪਣੇ ਕੇਸ ਦੁਬਾਰਾ ਜਿਹੜੇ ਉਹ ਧਾਰਨ ਕਰਕੇ ਤੇ ਗੁਰੂ ਦੇ ਅੰਮ੍ਰਿਤ ਨੂੰ ਧਾਰਨ ਕਰਕੇ ਆਪਣਾ ਜੀਵਨ ਬਤੀਤ ਕਰੀਏ। ਕਿਉਂਕਿ ਜੇ ਇੰਨੇ ਮਹਾਨ ਮਹਾਂਪੁਰਖ ਆਪਣੀ ਸ਼ਹਾਦਤ ਇਹਨਾਂ ਕੇਸਾਂ ਵਾਸਤੇ ਦੇ ਸਕਦੇ ਆ, ਤੇ ਅਸੀਂ ਕਿਉਂ ਇਹ ਭੁੱਲ ਜਾਂਦੇ ਹਾਂ ਕਿ ਇਹਨਾਂ ਕੇਸਾਂ ਦੀ ਹੁਣ ਕੀ ਜ਼ਰੂਰਤ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰ ਹੈ ਸਾਨੂੰ ਦਿੱਤਾ ਹੋਇਆ, ਕਿਉਂਕਿ ਸੰਸਾਰ 'ਤੇ ਜਿੰਨੇ ਵੀ ਪੈਗੰਬਰ ਆਏ ਆ ਉਹਨਾਂ ਨੇ ਹਮੇਸ਼ਾ ਆਪਣਾ ਰੂਪ ਜਿਹੜਾ ਕਦੀ ਆਪਣੇ ਸਿੱਖਾਂ ਨੂੰ ਨਹੀਂ ਦਿੱਤਾ। ਇਹ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ ਜਿਨ੍ਹਾਂ ਨੇ ਆਪਣਾ ਰੂਪ ਹੀ ਸਾਨੂੰ ਦੇ ਦਿੱਤਾ। ਮਹਾਰਾਜ ਨੇ ਕਿਹਾ ਸਿੱਖਾਂ ਜਦੋਂ ਕੋਈ ਵੀ ਨਹੀਂ ਨਾ ਹੋਵੇ ਉਦੋਂ ਤੂੰ ਤਾਂ ਆਪਣਾ ਮੂੰਹ ਜਿਹੜਾ ਹੈ ਚਿਹਰਾ ਜਿਹੜਾ ਸ਼ੀਸ਼ੇ 'ਚ ਵੇਖ ਕੇ ਦਰਸ਼ਨ ਕਰ ਲਿਆ ਕਰੀ, ਉੱਥੇ ਸਾਨੂੰ ਆਪਣੇ ਦੇ ਵਿੱਚੋਂ ਹੀ ਤੇਰੇ ਵਿੱਚੋਂ ਹੀ ਤੈਨੂੰ ਜਿਹੜਾ ਹੈ ਨਾ ਮੇਰੇ ਦਰਸ਼ਨ ਹੋਇਆ ਕਰਨਗੇ। ਸੋ ਸਤਿਗੁਰਾਂ ਨੇ ਆਪਣਾ ਚਿਹਰਾ ਮੁਹਾਂਦਰਾ ਹੀ ਸਾਨੂੰ ਬਖਸ਼ਿਸ਼ ਕਰ ਦਿੱਤਾ, ਆਪਣਾ ਰੂਪ ਹੀ ਸਾਨੂੰ ਬਣਾ ਦਿੱਤਾ। ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੇ ਗੁਰੂ ਦੇ ਦਿੱਤੇ ਰਸਤੇ 'ਤੇ ਚੱਲੀਏ। ਸੋ ਭਾਈ ਤਾਰੂ ਸਿੰਘ ਦੀ ਸ਼ਹਾਦਤ ਤੋਂ ਹੋਰ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਦਾਸ ਨੇ ਉਹ ਕਲਾਸ ਜਿਹੜੀ ਹੈ ਸੰਪੂਰਨ ਤੌਰ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਵਿਸਥਾਰ ਨਾਲ ਜੋ ਬਿਆਨ ਕੀਤਾ ਹੈ ਉਹ ਆਪਾਂ ਕਲਾਸ ਪਈ ਹੈ, ਆਪ ਜੀ YouTube ਤੋਂ ਸੁਣ ਸਕਦੇ ਹੋ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੜੇ ਵੱਡੇ ਪੱਧਰ 'ਤੇ ਸ਼ਤਾਬਦੀ ਮਨਾਈ ਜਾ ਰਹੀ ਹੈ। ਆਪ ਵੀ ਪ੍ਰੇਰਿਆ ਕਰੋ, ਜਿਹੜੇ ਪਤਿਤ ਹਨ ਗੁਰਸਿੱਖਾਂ ਨੂੰ, ਜਿਹੜੇ ਨੌਜਵਾਨ ਧੀਆਂ ਹਨ ਉਹਨਾਂ ਨੂੰ, ਨੌਜਵਾਨ ਪੁੱਤਰ ਹਨ ਉਹਨਾਂ ਨੂੰ ਪ੍ਰੇਰਿਆ ਜ਼ਰੂਰ ਕਰੋ, ਕਿਉਂਕਿ ਸਿੱਖੀ ਦੀ ਦਾਤ ਵਾਰ-ਵਾਰ ਨਹੀਂ ਮਿਲਦੀ। ਸੋ ਸਾਡਾ ਸਾਰਿਆਂ ਦਾ ਕੰਮ ਹੈ ਹੋਕਾ ਦੇਣਾ, ਹੋਕਾ ਜ਼ਰੂਰ ਦਿਆ ਕਰੀਏ। ਜਿਹੜਾ ਨਹੀਂ ਮੰਨਦਾ ਕੋਈ ਗੱਲ ਨਹੀਂ, ਜਿਹੜਾ ਮੰਨਦਾ ਹੈ ਉਹਨੂੰ ਜ਼ਰੂਰ ਪ੍ਰੇਰ ਕੇ ਇਸ ਪਾਸੇ ਲੈ ਕੇ ਆਈਏ, ਕਿਉਂਕਿ ਕਲਯੁਗ ਦਾ ਸਮਾਂ ਹੈ। ਬਚਣਗੇ ਉਹ ਜਿਹੜੇ ਨਾਮ ਜਪਣਗੇ, ਬੰਦਗੀ ਕਰਨਗੇ, ਤੇ ਬੰਦਗੀ ਇਸੇ ਗੱਲ ਤੋਂ ਸਟਾਰਟ ਹੁੰਦੀ ਹੈ। ਪਹਿਲਾਂ ਆਪਣੇ ਆਪ ਨੂੰ ਸੋਧਣਾ ਪੈਂਦਾ ਹੈ, ਆਪਣੇ ਆਪ ਨੂੰ ਸਾਧਣਾ ਪੈਂਦਾ ਹੈ, ਆਪਣੇ ਆਪ ਨੂੰ ਵਿਕਾਰਾਂ ਤੋਂ ਦੂਰ ਕਰਨਾ ਪੈਂਦਾ ਹੈ, ਫਿਰ ਸਿੱਖੀ ਦੀ ਦਾਤ ਪ੍ਰਾਪਤ ਹੁੰਦੀ ਹੈ, ਫਿਰ ਸਤਸੰਗਤ ਪ੍ਰਾਪਤ ਹੁੰਦੀ ਹੈ। ਸੋ ਇੰਨੀਆਂ ਆਪ ਜੀ ਨੇ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਜੇ ਕੁਛ ਆਪ ਜੀ ਨੇ ਪੁੱਛਣਾ ਹੈ ਤੇ ਮਾਈਕ ਔਨ ਕਰਕੇ ਪੁੱਛ ਸਕਦੇ ਹੋ, ਫਿਰ ਆਪਾਂ ਉਪਰੰਤ ਸਮਾਪਤੀ ਕਰੀਏ। ਹਾਂਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਠੀਕ ਹੈ ਸਾਧ ਸੰਗਤ ਜੀ, ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਬਾਹਰ ਰੋਜ਼ ਜੁੜ ਕੇ ਗੁਰਬਾਣੀ ਦਾ ਲਾਹਾ ਲੈਂਦੇ ਹੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।